ਸ਼੍ਰੀ ਵਾਹਿਗੁਰੂ ਜੀ। ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵਉ, ਹਿਰਦੈ ਧਿਆਵਉ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵਉ। ਸ਼੍ਰੀ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਾਮੋ ਕਰ ਜੋਰੇ, ਨਾਮੋ ਕਰ ਜੋਰੇ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੇ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਹਰੋਂ ਤਹਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਾਧਾ, ਬੰਦੋਂ ਕਰ ਅਨੁਰਾਗ। ਏਕੰਕਾਰ ਸਤਿਗੁਰੂ ਤਹਿ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਤੇਰੀ ਮਾਤ ਕੁਚੱਜੀ ਆਹੀ, ਭਾਂਡਾ ਧੂਵਨ ਜਾਣਿਓ ਨਾਹੀ। ਜਾਂ ਤੇ ਮਾਖਨ ਹਾਥ ਨਾ ਆਵਾ, ਜਮਿਓ ਨਾ ਦੂਧ ਨਾ ਮਾਨ ਗਵਾਵਾ। ਤੇਰੀ ਮਾਤ ਕੁਚੱਜੀ ਆਹੀ, ਭਾਂਡਾ ਧੂਵਨ ਜਾਣਿਓ ਨਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗਹੁ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਿਕ, ਸ਼ਬਦਾ ਅਵਤਾਰ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸ਼ਾਮਾਂ ਦੇ ਦੀਵਾਨ ਸਜ ਰਹੇ ਹਨ।
ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡ ਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੇ ਪਾਵਨ ਸਤ ਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਜਿਸ ਤਰ੍ਹਾਂ ਕਿ ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਗੁਰੂ ਸਾਹਿਬਾਨਾਂ ਦਾ ਇਤਿਹਾਸ ਜਸ ਸਰਵਣ ਕਰਨਾ ਕੀਤਾ ਸੀ। ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਵਟਾਲੇ ਆਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਜਦੋਂ ਸ਼ਿਵਰਾਤਰੀ ਦੇ ਮੇਲੇ ਦਾ ਪਤਾ ਚੱਲਿਆ ਤਾਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਤਾਰਪੁਰ ਸਾਹਿਬ ਤੋਂ ਚੱਲ ਕਰਕੇ ਮਹਾਰਾਜ ਅਚਲ ਵਟਾਲੇ ਪਹੁੰਚੇ ਹਨ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਚਲ ਵਟਾਲੇ ਪਹੁੰਚਦੇ, ਉੱਥੇ ਫਿਰ ਜੋਗੀਆਂ ਦਾ ਪਿਆਰਿਓ ਬਹੁਤ ਵੱਡਾ ਗੜ ਸੀ। ਜੋਗੀਆਂ ਨੇ ਪਹਿਲਾਂ ਹੀ ਆ ਕਰਕੇ ਸਾਰਾ ਇਲਾਕਾ ਮੱਲ ਲਿਆ। ਆਪਣਾ ਡੰਡਾ ਡੇਰਾ ਉਹਨਾਂ ਨੇ ਗੱਡ ਦਿੱਤਾ। ਬਹੁਤ ਜ਼ਿਆਦੀ ਉਹਨਾਂ ਦੀ ਮਨੌਤ ਹੋਣ ਲੱਗੀ। ਲੇਕਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਆਗਮਨ ਜਦੋਂ ਅਚਲ ਸਾਹਿਬ ਦੇ ਵਿੱਚ ਹੁੰਦਾ ਤਾਂ ਜੋ ਆਮ ਲੋਕ ਜੋ ਦਰਸ਼ਨਾਰਥੀ ਸਨ ਉਹਨਾਂ ਨੇ ਜਦੋਂ ਵੇਖਿਆ ਕਿ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਆਏ, ਉਹਨਾਂ ਨੇ ਜੋਗੀਆਂ ਦਾ ਖਹਿੜਾ ਛੱਡ ਕਰਕੇ, ਉਹਨਾਂ ਦੇ ਕੋਲ ਜਾਣਾ ਛੱਡ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਣ ਕੇ ਪਹੁੰਚੇ ਹਨ। ਸਤਿਗੁਰੂ ਮਹਾਰਾਜ ਜੀ ਦੇ ਮੁਰੀਦ ਬਣ ਗਏ। ਮਹਾਰਾਜ ਜੀ ਦੇ ਚਰਨਾਂ ਵਿੱਚ ਬੇਅੰਤ ਉਹਨਾਂ ਨੇ ਭੇਟਾ ਅਰਪਣ ਕਰਨੀ ਕੀਤੀ। ਜਦੋਂ ਮਹਾਰਾਜ ਜੀ ਦੀ ਬਹੁਤ ਜ਼ਿਆਦੀ ਮਨੌਤ ਹੋਣ ਲੱਗੀ, ਸਾਰੇ ਜੋ ਜੋਗੀ ਸਨ ਇਹਨਾਂ ਨੇ ਖੁੰਨਸ ਖਾਧੀ ਹੈ। ਬਹੁਤ ਗੁੱਸੇ ਵਿੱਚ ਆ ਕਰਕੇ ਕਹਿੰਦੇ ਕਿ ਜੇ ਆਪਾਂ ਚੁੱਪਚਾਪ ਬੈਠੇ ਰਵਾਂਗੇ ਹੱਥ ਦੇ ਉੱਤੇ ਹੱਥ ਧਰ ਕਰਕੇ, ਤੇ ਇਹਨਾਂ ਨੇ ਤਾਂ ਸਾਨੂੰ ਬਾਹਰ ਵਗਾ ਮਾਰਨਾ ਹੈ, ਬਾਹਰ ਕੱਢ ਦੇਣਾ। ਸਾਨੂੰ ਕੋਈ ਨਾ ਕੋਈ ਯਤਨ ਕਰਨਾ ਚਾਹੀਦਾ। ਕੋਈ ਕਹਿੰਦਾ ਕਿ ਭਾਈ ਇਹਨਾਂ ਦੇ ਨਾਲ ਗਿਆਨ ਦੇ ਨਾਲ ਚਰਚਾ ਕਰਨਾ ਕਰੀਏ। ਕੋਈ ਸਿੱਖ ਕਹਿੰਦਾ, ਸਿੱਧ ਕਹਿੰਦਾ ਕਿ ਭਾਈ ਇਹਨਾਂ ਨੂੰ ਕਰਾਮਾਤ ਦੇ ਨਾਲ ਆਪਾਂ ਹਰਾਉਣ ਦਾ ਯਤਨ ਕਰਨਾ ਕਰੀਏ। ਇਸ ਤਰ੍ਹਾਂ ਮਤਾ ਪਕਾ ਕਰਕੇ ਜਦੋਂ ਜਾਂਦੇ ਹਨ ਤਾਂ ਪਿਆਰਿਓ ਸਤਿਗੁਰੂ ਮਹਾਰਾਜ ਜੀ ਦਾ ਜੋ ਸਿੱਖ ਹੈ, ਜੋ ਹੈ ਤਾਂ ਜੋਗੀ ਹੈ, ਲੇਕਿਨ ਫਿਰ ਵੀ ਉਹਨਾਂ ਨੇ ਬੜਾ ਸਮਝਾਇਆ ਕਿ ਮੂਰਖੋ, ਲੜਾਈ ਉਹਦੇ ਨਾਲ ਕਰੀਦੀ ਹੈ ਜਿਹਦੇ ਬਾਬਤ ਸਾਨੂੰ ਜੇ ਪਤਾ ਨਾ ਹੋਵੇ। ਹਾਂ, ਜਿਨ੍ਹਾਂ ਦੇ ਬਾਬਤ ਸਾਨੂੰ ਜਦੋਂ ਪਤਾ ਹੁੰਦਾ ਹੈ, ਉਹਦੀ ਸ਼ਕਤੀ ਦੇ ਬਾਬਤ ਪਤਾ ਹੁੰਦਾ, ਤੇ ਉਹੀ ਬੰਦੇ ਤੋਂ ਬਾਰ-ਬਾਰ ਜਦੋਂ ਆਪਾਂ ਹਾਰ ਖਾ ਜਾਂਦੇ ਹਾਂ ਫਿਰ ਉਹਦੇ ਨਾਲ ਲੜਾਈ ਕਰਨੀ ਇਹ ਸ਼ੋਭਦਾ ਨਹੀਂ ਹੈ। ਤੁਹਾਨੂੰ ਪਤਾ ਹੀ ਹੈ ਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅੰਦਰ ਕਿੰਨੀ ਜ਼ਿਆਦੀ ਕਰਾਮਾਤ ਹੈ। ਮਹਾਰਾਜ ਜੀ ਤਾਂ ਗਿਆਨ ਦੇ ਸਮੁੰਦਰ ਹਨ। ਇੱਕ ਦੋ ਵਾਰੀ ਨਹੀਂ, ਕਈ ਵਾਰੀ ਤੁਸੀਂ ਮਹਾਰਾਜ ਜੀ ਦੇ ਨਾਲ ਚਰਚਾ ਕੀਤੀ ਹੈ, ਨਾਲ ਲੜਾਈ ਵੀ ਕਰਨੀ ਕੀਤੀ, ਸ਼ਕਤੀ ਦੀ ਲੜਾਈ। ਹਾਰ ਖਾ ਕਰਕੇ ਵਾਪਸ ਆ ਗਏ, ਮੂੰਹ ਦੀ ਮਾਰ ਖਾਣੀ ਪਈ ਹੈ। ਹੁਣ ਵੀ ਜੇ ਤੁਸੀਂ ਜਾਓਗੇ ਤਾਂ ਤੁਹਾਨੂੰ ਮੂੰਹ ਦੀ ਮਾਰ ਖਾਣੀ ਪਵੇਗੀ। ਇਸ ਕਰਕੇ ਸ਼ਰਧਾ ਭਾਵਨਾ ਦੇ ਨਾਲ ਸਤਿਗੁਰੂ ਮਹਾਰਾਜ ਜੀ ਦੇ ਕੋਲ ਜਾਓ। ਲੇਕਿਨ ਇਹ ਆਖੇ ਨਹੀਂ ਲੱਗੇ। ਜਦੋਂ ਜੋਗੀ ਆਏ ਕੀ ਤੱਕਦੇ ਹਨ? ਭਗਤੀਏ ਜਿਹੜੇ ਹਨ, ਕੀਰਤਨੀਏ, ਉਹ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬੈਠ ਕਰਕੇ ਕੀਰਤਨ ਕਰ ਰਹੇ ਸਨ। ਤੇ ਆਉਂਦੇ ਸਾਥ ਹੀ ਇਹਨਾਂ ਨੇ ਕੀ ਕਰਨਾ ਕੀਤਾ, ਉਹ ਅੱਗੇ ਲੋਟਾ ਪਿਆ ਹੋਇਆ ਜਿਹਦੇ ਵਿੱਚ ਲੋਕੀ ਮਾਇਆ ਚੜਾਉਂਦੇ ਸਨ, ਰੱਖਦੇ ਸਨ। ਜੋਗੀਆਂ ਨੇ ਸ਼ਕਤੀ ਦੇ ਨਾਲ ਉਹ ਲੋਟਾ ਜਿਹੜਾ ਗਾਇਬ ਕਰ ਦਿੱਤਾ। ਤਾਂ ਜੋ ਭਗਤੀਏ ਸਨ ਉਹਨਾਂ ਨੂੰ ਭਗਤੀ ਭੁੱਲ ਗਈ ਹੈ। ਭਾਵ ਕਿ ਕੀਰਤਨ ਕਰਦੇ ਸਨ, ਉਹਨਾਂ ਨੂੰ ਸ਼ਬਦ ਹੀ ਭੁੱਲ ਗਿਆ, ਇੱਕਦਮ ਚੁੱਪਚਾਪ ਹੋ ਗਏ। ਤੇ ਜੋਗੀ ਬਹੁਤ ਹੱਸਣ ਲੱਗੇ। ਤੇ ਫਿਰ ਸਤਿਗੁਰੂ ਮਹਾਰਾਜ ਜੀ ਨੇ ਜਦੋਂ ਵੇਖਿਆ, ਮਹਾਰਾਜ ਜੀ ਨੂੰ ਕਹਿੰਦੇ, ਸਤਿਗੁਰੂ ਮਹਾਰਾਜ ਸਾਡੇ ਅੱਗੇ ਇੰਨੀ ਮਾਇਆ ਰੱਖੀ ਹੋਈ ਸੀ, ਇਹ ਜੋ ਚੜ੍ਹਤ ਚਲਾਵਾ ਸ਼ਬਦ ਭੇਟ ਮਾਇਆ ਆਈ ਸੀ, ਇਹਨਾਂ ਨੇ ਉਹ ਲੋਟਾ, ਉਹ ਸਾਰੀ ਦੀ ਸਾਰੀ ਮਾਇਆ ਨੂੰ ਗਾਇਬ ਕਰ ਦਿੱਤਾ। ਸਤਿਗੁਰੂ ਮਹਾਰਾਜ ਜੀ ਨੇ ਅੰਤਰਜਾਮਤਾ ਦੇ ਨਾਲ ਤੱਕ ਕਰਕੇ ਦਿਵ ਦ੍ਰਿਸ਼ਟੀ ਦੇ ਨਾਲ ਉਹਨਾਂ ਨੇ ਉਹ ਲੋਟਾ ਲੁਕਾਉਣਾ ਕੀਤਾ। ਉਹ ਲੋਟਾ ਫਿਰ ਤੋਂ ਪ੍ਰਗਟ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਦੇ ਅੱਗੇ ਧਰ ਦਿੱਤਾ। ਵੇਖ ਕਰਕੇ ਇਹ ਜੋਗੀ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਆ ਗਏ।
ਤਾਂ ਅੱਗੋਂ ਫਿਰ ਪਿਆਰਿਓ ਭੰਗਰ ਨਾਥ ਜਿਹੜਾ ਹੈ ਬਹੁਤ ਵੱਡਾ ਇਹ ਅਹੰਕਾਰੀ ਸੀ, ਜੋਗੀ ਹੈ। ਇਹਨੇ ਸਤਿਗੁਰੂ ਮਹਾਰਾਜ ਜੀ ਦੇ ਨਾਲ ਚਰਚਾ ਕਰਨੀ, ਬਹਿਸ ਕਰਨੀ ਇਹਨੇ ਆਰੰਭ ਕਰ ਦਿੱਤੀ। ਸਤਿਗੁਰੂ ਮਹਾਰਾਜ ਜੀ ਨੇ ਕਿਉਂਕਿ ਸੰਸਾਰੀ ਵਸਤਰਾਂ ਨੂੰ ਧਾਰਨ ਕਰਨਾ ਕੀਤਾ, ਜੋ ਸੰਤਾਂ ਦੇ ਲਿਬਾਸ, ਫਕੀਰਾਂ ਦਾ ਲਿਬਾਸ ਸਤਿਗੁਰੂ ਮਹਾਰਾਜ ਜੀ ਨੇ ਲਾ ਦਿੱਤਾ ਸੀ, ਇਹਦੇ ਉੱਤੇ ਕਟਾਕਸ਼ ਕਰਦਿਆਂ ਹੋਇਆਂ ਉਹਨੇ ਬਚਨ ਕਰਨਾ ਕੀਤਾ, ਜਿਸ ਤਰ੍ਹਾਂ ਕਿ ਕੋਈ ਇਸਤਰੀ ਬਹੁਤ ਵਧੀਆ ਤਰ੍ਹਾਂ ਦੇ ਨਾਲ ਭਾਂਡੇ ਨੂੰ ਮਾਂਜੇ, ਸਾਫ਼ ਕਰੇ, ਉਹਨੂੰ ਧੂਪ ਦਵੇ, ਸਭ ਕਰਕੇ ਉਹਦੇ ਵਿੱਚ ਦੁੱਧ ਚੋ ਕਰਕੇ ਲੈ ਕੇ ਆਵੇ। ਉਹ ਪਤੀਲਾ ਜਿਹੜਾ ਫਿਰ ਉਹਨੂੰ ਜਾਗ ਲਾਉਣ ਵਾਸਤੇ ਉਹਨੂੰ ਗਰਮ ਕਰਨਾ ਕਰੇ। ਇੱਥੋਂ ਤੱਕ ਤਾਂ ਠੀਕ ਹੈ। ਜਦੋਂ ਪੂਰਾ ਦੁੱਧ ਗਰਮ ਹੋ ਜਾਵੇ ਫਿਰ ਲਿਆ ਕਰਕੇ ਅਖੀਰ ਦੇ ਵਿੱਚ ਦੁੱਧ ਦੇ ਵਿੱਚ ਕਾਂਜੀ ਪਾ ਦਿਓ ਤੇ ਸਾਰਾ ਦੁੱਧ ਜਿਹੜਾ ਫਿੱਟ ਜਾਂਦਾ ਹੈ, ਫੁੱਟ ਜਾਂਦਾ, ਕੋਈ ਕੰਮ ਦਾ ਨਹੀਂ ਰਹਿ ਜਾਂਦਾ। ਇਸ ਤਰ੍ਹਾਂ ਤੁਸਾਂ ਨੇ ਆਪਣਾ ਕੰਮ ਕਰਨਾ ਕੀਤਾ। ਸਾਰੀ ਜ਼ਿੰਦਗੀ ਤੁਸੀਂ ਸਾਧਾਂ ਦਾ ਲਿਬਾਸ ਧਾਰਨ ਕਰਕੇ ਵਿਚਰਦੇ ਲੈ ਲੋਕਾਂ ਨੂੰ ਸਿੱਖਿਆ ਦਿੰਦੇ ਸੀ, ਉਪਦੇਸ਼ ਦਿੰਦੇ ਸਨ। ਹੁਣ ਅੰਤ ਕਾਲ ਅਖੀਰ ਦੇ ਵਿੱਚ ਦੁੱਧ ਦੇ ਵਿੱਚ ਕਾਂਜੀ ਮਿਲਾ ਦਿੱਤੀ ਹੈ, ਕਾਂਜੀ, ਤਾਂ ਕਰਕੇ ਤੁਹਾਡਾ ਸਾਰਾ ਕੀਤਾ ਕਰਾਇਆ ਵਿਅਰਥ ਚੱਲ ਗਿਆ। ਇਹ ਸਤਿਗੁਰੂ ਮਹਾਰਾਜ ਜੀ ਨੂੰ ਜਦੋਂ ਇਹਨਾਂ ਨੇ ਬਚਨ ਕੀਤਾ, ਇਹ ਪ੍ਰਸ਼ਨ ਕਰਨਾ ਕੀਤਾ, ਅੱਗੋਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਵਿਸ਼ੇਸ਼ ਕਰਕੇ ਭੰਗਰ ਨਾਥ ਜੋਗੀ ਜਿਹੜਾ ਹੈ ਉਹਨੂੰ ਸੰਬੋਧਨ ਕਰਦਿਆਂ ਹੋਇਆਂ ਸਤਿਗੁਰੂ ਮਹਾਰਾਜ ਜੀ ਨੇ ਉਹਨੂੰ ਜਵਾਬ ਦਿੱਤਾ। ਆਓ ਪਿਆਰਿਓ, ਸਤਿਗੁਰੂ ਮਹਾਰਾਜ ਜੀ ਨੇ ਕਿਸ ਤਰ੍ਹਾਂ ਜਵਾਬ ਦੇ ਕਰਕੇ ਇਹਨਾਂ ਦਾ ਮੂੰਹ ਬੰਦ ਕਰ ਦਿੱਤਾ, ਇਹਦਾ ਹਵਾਲਾ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਖੁੱਲ੍ਹ ਕਰਕੇ ਆਪਣੀਆਂ ਵਾਰਾਂ ਦੇ ਵਿੱਚ, ਜਦੋਂ ਆਪਾਂ ਪੜ੍ਹਦੇ ਹਾਂ ਜਿਨ ਮੇਲਾ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ, ਤੇ ਇਹ ਸਾਰੇ ਜੋ ਸ਼ਬਦ ਹਨ ਕਿਸ ਤਰ੍ਹਾਂ ਸਿੱਧਾਂ ਦੇ ਨਾਲ ਚਰਚਾ ਹੋਈ ਸੀ। ਤਕਰੀਬਨ ਪਿਆਰਿਓ 5-6 ਕਬਿੱਤ ਦੇ ਕਰੀਬ ਉਹਨਾਂ ਨੇ ਇਸ ਪ੍ਰਥਾਏ ਉਚਾਰਨ ਕਰਨੇ ਕੀਤੇ। ਉਹਦੇ ਵਿੱਚ ਇਹ ਇਤਿਹਾਸਿਕ ਪੱਖ ਦਾ ਭਾਈ ਗੁਰਦਾਸ ਸਾਹਿਬ ਜੀ ਨੇ ਹਵਾਲਾ ਦਿੱਤਾ, ਕਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਸ਼ਿਵਰਾਤਰੀ ਦਾ ਮੇਲਾ ਵੇਖਣ ਵਾਸਤੇ ਜਾਂਦੇ ਹਨ। ਇਹ ਜੋਗੀ ਪ੍ਰਸ਼ਨੋਤਰੀ ਕਿਸ ਤਰ੍ਹਾਂ ਕਰਦੇ, ਕਿਸ ਤਰ੍ਹਾਂ ਇਹਨਾਂ ਨੇ ਕਰਾਮਾਤ ਦਿਖਾਉਣੀ ਕੀਤੀ ਹੈ, ਇਹਦਾ ਪੂਰਾ ਬਚਨ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਉਹਨੂੰ ਦਰਜ ਕਰਨਾ ਕੀਤਾ। ਉਹਦਾ ਹੀ ਉਲੱਥਾ ਕਰਕੇ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਉਹ ਇਤਿਹਾਸ ਦਰਜ ਕਰ ਰਹੇ ਹਨ। ਆਓ ਪਿਆਰਿਓ, ਸਤਿਗੁਰੂ ਮਹਾਰਾਜ ਕਿਸ ਤਰ੍ਹਾਂ ਹੁਣ ਭੰਗਰ ਨਾਥ ਨੂੰ ਜਵਾਬ ਦਿੰਦੇ, ਉਹ ਪਾਵਨ ਇਤਿਹਾਸ, ਉਹ ਪ੍ਰਸੰਗ ਆਪਾਂ ਸਰਵਣ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀ ਦੇ ਦਰ ਤੇ ਆਪਣੀ ਹਾਜ਼ਰੀ ਨੂੰ ਦਰਜ ਕਰਵਾਉਂਦਿਆਂ ਹੋਇਆਂ ਪ੍ਰੇਮ ਤੇ ਸਤਿਕਾਰ ਸਹਿਤ ਉਚਾਰਨ ਕਰਨਾ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਇੱਕ ਵਾਰੀ ਉਚਾਰਨ ਕਰੋ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਤੇਰੀ ਮਾਤ ਕੁਚੱਜੀ ਆਹੀ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਜਦੋਂ ਭੰਗਰ ਨਾਥ ਨੇ ਦੁੱਧ ਦਾ ਦ੍ਰਿਸ਼ਟਾਂਤ ਦੇ ਕਰਕੇ, ਜਿਸ ਤਰ੍ਹਾਂ ਪੂਰਾ ਦੁੱਧ ਵਧੀਆ ਤੁਸੀਂ ਸਵਾਰੋ, ਉਹਨੂੰ ਜਾਗ ਲਾਓ, ਫਿਰ ਬਾਅਦ ਦੇ ਵਿੱਚ ਉਹਦੇ ਵਿੱਚ ਕਾਂਜੀ ਪਾ ਦਿਓ, ਤਾਂ ਉਹ ਸਾਰਾ ਦੁੱਧ ਜਿਹੜਾ ਹੈ ਉਹ ਫੁੱਟ ਜਾਂਦਾ, ਕਿਸੇ ਕੰਮ ਦਾ ਨਹੀਂ ਹੁੰਦਾ। ਇਹ ਦ੍ਰਿਸ਼ਟਾਂਤ ਵਰਤ ਕਰਕੇ ਉਹਨੇ ਮਹਾਰਾਜ ਜੀ ਨੂੰ ਕਿਹਾ, ਸਤਿਗੁਰੂ ਮਹਾਰਾਜ, ਇਹਨਾਂ ਤੁਸਾਂ ਨੇ ਜੋ ਕੀਤਾ ਕਰਾਇਆ ਜਿਹੜਾ ਸਭ ਵਿਅਰਥ ਕਰ ਲਿਆ। ਕਿ ਅਖੀਰ ਨੂੰ ਤੁਸੀਂ ਗ੍ਰਸਤ ਦੇ ਵਿੱਚ ਆ ਗਏ, ਸੰਸਾਰ ਦੇ ਵਿੱਚ ਆ ਗਏ, ਸੰਸਾਰੀ ਵਸਤਰਾਂ ਨੂੰ ਧਾਰਨ ਕਰਨਾ ਕੀਤਾ। ਬਹੁਤ ਮਹਾਰਾਜ ਆਪ ਜੀ ਨੇ ਗਲਤ ਕੰਮ ਕਰਨਾ ਕੀਤਾ। ਕਹਿੰਦਾ ਕਿ ਮਹਾਰਾਜ ਤੁਸੀਂ ਫਿਰ ਗ੍ਰਸਤੀ ਦੇ ਵਿੱਚ ਫਸ ਗਏ ਹੋ, ਕਿਉਂਕਿ ਇਹ ਜੋਗੀ ਲੋਕ ਇਹ ਸੰਸਾਰ ਦਾ ਤਿਆਗ ਕਹਿੰਦੇ ਹਨ। ਗ੍ਰਸਤੀ ਜੀਵਨ ਜੋ ਹੈ ਇਹਨਾਂ ਨੇ ਗ੍ਰਸਤ ਨੂੰ ਨਹੀਂ ਪ੍ਰਵਾਨ ਕਰਨਾ ਕੀਤਾ। ਜਿਹੜਾ ਵੀ ਜੋਗੀ ਜਿਹੜਾ ਹੈ ਇਸ ਮਤ ਦੇ ਵਿੱਚ ਆਵੇ,
ਅੱਜ ਵੀ ਪਿਆਰਿਓ ਬਹੁਤ ਸਾਰੀਆਂ ਇਹੋ ਜਿਹੀਆਂ ਸੰਪਰਦਾਵਾਂ ਹਨ ਜਿਹਦੇ ਵਿੱਚ ਕਿਹਾ ਜਾਂਦਾ ਕਿ ਗ੍ਰਸਤ ਜੀਵਨ ਜਿਹੜਾ ਹੈ ਪਰਮਾਰਥ ਦੇ ਵਿੱਚ ਸਭ ਤੋਂ ਵੱਡੀ ਇਹ ਰੁਕਾਵਟ ਪੈਦਾ ਕਰਦਾ। ਇਸ ਕਰਕੇ ਜੇ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਹੈ, ਜੇ ਰੱਬ ਦੇ ਮਾਰਗ ਦੇ ਉੱਤੇ ਚੱਲਣਾ, ਤਾਂ ਗ੍ਰਸਤ ਜੀਵਨ ਦਾ ਤਿਆਗ ਕਰਨਾ ਪਵੇਗਾ, ਤਾਂ ਜਾ ਕਰਕੇ ਰੱਬ ਦੀ ਤੁਹਾਨੂੰ ਪ੍ਰਾਪਤੀ ਹੋਵੇਗੀ। ਇਹ ਪਿਆਰਿਓ ਬਹੁਤ ਲੋਕਾਂ ਦੇ ਮਨ ਦੇ ਵਿੱਚ ਧਾਰਨਾ ਅੱਜ ਵੀ ਬਣੀ ਹੋਈ ਹੈ। ਇਹੀ ਧਾਰਨਾ ਦਾ ਖੰਡਨ ਕਰਨ ਵਾਸਤੇ ਸਤਿਗੁਰੂ ਮਹਾਰਾਜ ਜੀ ਨੇ ਗ੍ਰਸਤ ਜੀਵਨ ਨੂੰ ਅਪਣਾਉਣਾ ਕੀਤਾ। ਸਾਰੇ ਦੇ ਸਾਰੇ ਸਤਿਗੁਰੂ ਮਹਾਰਾਜ ਸਿਰਫ 8ਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ, ਕਿਉਂਕਿ ਬਾਲ ਕਾਲ ਦੇ ਵਿੱਚ ਹੀ ਮਹਾਰਾਜ ਜੀ ਜੋਤੀ ਜੋਤ ਸਮਾ ਗਏ, ਬਾਕੀ ਸਾਰੇ ਸਤਿਗੁਰੂ ਮਹਾਰਾਜ ਜੀ ਗ੍ਰਸਤ ਜੀਵਨ ਦਾ ਯਾਪਨ ਕਰਨਾ ਕੀਤਾ। ਗ੍ਰਸਤ ਦੇ ਵਿੱਚ ਰਹਿ ਕਰਕੇ ਉਹਨਾਂ ਨੇ ਪਰਮਾਰਥ ਦੀ ਪ੍ਰਾਪਤੀ ਕਰਨੀ ਕੀਤੀ ਹੈ। ਸਤਿਗੁਰੂ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ ਨਾ ਕਿ ਗ੍ਰਸਤ ਉਦਾਸੀ ਪਰਵਾਨ, ਨਾਮ ਰਤਾ ਸੋਈ ਨਿਰਵਾਣ, ਜਿਨ ਤੂੰ ਜਾਤਾ ਸੋ ਗ੍ਰਸਤ ਉਦਾਸੀ ਪਰਵਾਨ, ਕਿ ਐ ਪ੍ਰਮਾਤਮਾ ਜੀਓ ਜਿਹਨੇ ਤੁਹਾਨੂੰ ਜਾਣਨਾ ਕੀਤਾ, ਭਾਵੇਂ ਉਹ ਗ੍ਰਸਤੀ ਹੋਵੇ, ਭਾਵੇਂ ਉਹ ਗ੍ਰਸਤ ਉਦਾਸੀ ਹੋਵੇ, ਭਾਵੇਂ ਉਹਨੇ ਉਦਾਸ ਨੂੰ ਧਾਰਨ ਕਰਨਾ, ਭਾਵੇਂ ਉਹ ਵਿਰਕਤ ਹੋਵੇ, ਲੇਕਿਨ ਉਹ ਪ੍ਰਮਾਣਿਕ ਹੋ ਜਾਂਦੇ ਹਨ। ਇਹ ਨਹੀਂ ਹੋ ਸਕਦਾ ਕਿ ਭਾਈ ਗ੍ਰਸਤੀ ਨੇ ਰੱਬ ਦੀ ਪ੍ਰਾਪਤੀ ਕਰ ਲਈ, ਨਹੀਂ, ਇਹ ਪ੍ਰਮਾਣ ਨਹੀਂ ਹੋਇਆ। ਜਿਹਨੇ ਨਾਮ ਜਪਣਾ ਕੀਤਾ ਗ੍ਰਸਤ ਦੇ ਵਿੱਚ ਰਹਿ ਕਰਕੇ, ਭਾਵੇਂ ਸੰਸਾਰ ਦਾ ਤਿਆਗ ਕਰਕੇ, ਜਿਹੜਾ ਤੇਰੇ ਚਰਨਾਂ ਦੇ ਨਾਲ ਜੁੜ ਗਿਆ, ਉਹੀ ਜਿਹੜਾ ਹੈ ਅਸਲ ਦੇ ਵਿੱਚ ਪ੍ਰਵਾਨ ਹੁੰਦਾ ਸੱਚੀ ਦਰਗਾਹ ਦੇ ਵਿੱਚ। ਨਾਮ ਰਤਾ ਸੋਈ ਨਿਰਵਾਣ, ਜਿਹੜੇ ਨਾਮ ਦੇ ਨਾਲ ਰਤੇ ਜਾਂਦੇ ਹਨ ਉਹਨਾਂ ਨੂੰ ਹੀ ਨਿਰਵਾਣ ਪਦ ਦੀ ਪ੍ਰਾਪਤੀ ਹੁੰਦੀ ਹੈ। ਹੁਣ ਜਦੋਂ ਇਹਨੇ ਗ੍ਰਸਤ ਮਾਰਗ ਦਾ ਖੰਡਨ ਕਰਨਾ ਕੀਤਾ, ਇਹ ਕਹਿੰਦੇ ਨਾ ਕਿ ਮਹਾਰਾਜ ਗ੍ਰਸਤੀ ਕਿਉਂ ਹੋ ਤੁਸੀਂ, ਤਾਂ ਸਤਿਗੁਰੂ ਮਹਾਰਾਜ ਜੀ ਨੇ ਬਹੁਤ ਪਿਆਰਾ ਜਵਾਬ ਦਿੱਤਾ ਕਿ ਆ ਕੇ ਭੰਗਰਨਾਥ ਤੂਨੇ ਤਤ ਨਹੀਂ ਜਾਣਨਾ ਕੀਤਾ, ਨਾ ਤੇਰੀ ਮਾਂ ਨੇ ਨਾ ਤੇਰੇ ਪਿਓ ਨੇ ਜਿਹੜਾ ਤਤ ਨਹੀਂ ਜਾਣਨਾ ਕੀਤਾ। ਜੇ ਗ੍ਰਸਤ ਜੀਵਨ ਮਾੜਾ ਹੈ ਤਾਂ ਇੱਕ ਗੱਲ ਤੂੰ ਵੀ ਨੋਟ ਕਰ ਲੈਣਾ ਕਰ, ਤੇਰੀ ਮਾਤਾ ਜਿਹੜੀ ਹੈ ਔਰ ਤੇਰਾ ਪਿਤਾ, ਉਹਨਾਂ ਨੇ ਗ੍ਰਸਤ ਜੀਵਨ ਧਾਰਨ ਕਰਨਾ ਕੀਤਾ, ਤਾਂ ਕਰਕੇ ਤੇਰੀ ਪੈਦਾਵਾਰ ਹੋਈ। ਜੇ ਉਹ ਗ੍ਰਸਤੀ ਨਹੀਂ ਬਣਦੇ, ਜੇ ਉਹ ਆਪਸ ਦੇ ਵਿੱਚ ਨਹੀਂ ਮਿਲਦੇ, ਤਾਂ ਇਹਦਾ ਮਤਲਬ ਤੇਰਾ ਜਨਮ ਵੀ ਨਹੀਂ ਹੋਣਾ। ਜੇ ਤੇਰਾ ਅਸੀਂ ਮੰਨ ਲਈਏ ਕਿ ਗ੍ਰਸਤੀ ਜਿਹੜੇ ਹਨ ਨਰਕਾਂ ਨੂੰ ਜਾਂਦੇ, ਤਾਂ ਸਭ ਤੋਂ ਪਹਿਲੇ ਤੇਰੀ ਮਾਂ ਜਿਹੜੀ ਹੈ ਉਹ ਨਰਕਾਂ ਨੂੰ ਜਾਣਾ ਚਾਹੀਦਾ, ਤੇਰਾ ਪਿਓ ਜਿਹੜਾ ਹੈ ਉਹ ਨਰਕਾਂ ਨੂੰ ਜਾਣਾ ਚਾਹੀਦਾ। ਇਹਨਾਂ ਨੇ ਗ੍ਰਸਤ ਕਰਨਾ ਕੀਤਾ, ਤਾਂ ਕਰਕੇ ਤਾਂ ਤੂੰ ਜੰਮਿਆ ਹੈ, ਤਾਂ ਕਰਕੇ ਤਾਂ ਤੇਰਾ ਜਨਮ ਹੋਇਆ। ਅਸਲ ਦੇ ਵਿੱਚ ਤੇਰੀ ਮਾਂ ਕੁਚੱਜੀ ਹੈ। ਭਾਂਡਾ ਧੂਵਨ ਜਾਣਿਓ ਨਾਹੀ, ਉਹਨੂੰ ਪਤਾ ਹੀ ਨਹੀਂ ਸੀ ਕਿ ਭਾਈ ਭਾਂਡਾ ਕਿਸ ਤਰ੍ਹਾਂ ਧੋਈਦਾ ਹੈ। ਜੇ ਤੂੰ ਕਹਿੰਦਾ ਨਾ, ਇਹਨੇ ਸਿੱਧਾ ਹੀ ਕਹਿ ਦਿੱਤਾ ਕਿ ਮਹਾਰਾਜ ਗ੍ਰਸਤ ਜੀਵਨ ਮਾੜਾ ਹੈ, ਤਾਂ ਸਤਿਗੁਰੂ ਮਹਾਰਾਜ ਉਹਨੂੰ ਜਵਾਬ ਦੇਣ ਲੱਗੇ, ਜੇ ਗ੍ਰਸਤ ਜੀਵਨ ਮਾੜਾ ਹੁੰਦਾ ਤੇ ਕੋਈ ਭਾਂਡਾ ਜਿਹੜਾ ਹੈ, ਜੇ ਭਾਂਡਾ ਪਿਆਰਿਓ ਗਲਤ ਹੋ ਜਾਵੇ, ਦੋ ਗੱਲਾਂ ਹੁੰਦੀਆਂ ਜਦੋਂ ਆਪਾਂ ਦੁੱਧ ਨੂੰ ਲੈਂਦੇ ਨਾ, ਕਿਉਂਕਿ ਇਹ ਸਾਰੀਆਂ ਉਦਾਹਰਨਾਂ ਜਿਹੜੀਆਂ ਹਨ ਇਸ ਸੰਬੰਧ ਦੇ ਵਿੱਚ ਦੁੱਧ ਦੇ ਨਾਲ ਇਹਦਾ ਸੰਬੰਧ ਹੈ। ਦੁੱਧ ਜਿਹੜਾ ਨਾ ਪਿਆਰਿਓ, ਜੇ ਤੁਸੀਂ ਵਧੀਆ ਸਵਾਰ ਲਿਓ, ਇਹਨੇ ਕੀ ਕਿਹਾ ਕਿ ਮਹਾਰਾਜ ਵਧੀਆ ਭਾਂਡਾ ਸਵਾਰਿਆ, ਦੁੱਧ ਲਿਆ, ਜਾਗ ਵੀ ਲਾਈ, ਅਖੀਰ ਨੂੰ ਆਪ ਜੀ ਨੇ ਕਾਂਜੀ ਪਾ ਦਿੱਤੀ ਹੈ। ਸਹੀ ਗੱਲ ਹੈ, ਜੇ ਦੁੱਧ ਨੂੰ ਪੂਰਾ ਕਰਕੇ ਪ੍ਰੋਸੀਜਰ ਦੇ ਨਾਲ ਕਰੋ, ਅਖੀਰ ਦੇ ਵਿੱਚ ਕਾਂਜੀ ਖਟਿਆਈ ਪਾ ਦਿਓ, ਤਾਂ ਵੀ ਦੁੱਧ ਜਿਹੜਾ ਖਰਾਬ। ਹੁਣ ਇਹਦਾ ਦੂਜਾ ਪੱਖ ਇਹ ਵੀ ਹੈ, ਜੇ ਤੁਹਾਡੇ ਕੋਲ ਭਾਂਡਾ ਹੀ ਖਰਾਬ ਹੋਵੇ, ਗੰਦੇ ਭਾਂਡੇ ਦੇ ਵਿੱਚ ਜੇ ਤੁਸੀਂ ਦੁੱਧ ਨੂੰ ਲੈਣਾ ਕਰੋ, ਤਾਂ ਵੀ ਪਿਆਰਿਓ ਦੁੱਧ ਜਿਹੜਾ ਉਹ ਤਾਂ ਸ਼ੁਰੂਆਤ ਵਿੱਚ ਹੀ ਖਤਮ ਹੋ ਜਾਂਦਾ, ਖਰਾਬ ਹੋ ਜਾਂਦਾ। ਇੱਥੇ ਅਖੀਰ ਨੂੰ ਹੁੰਦਾ ਹੈ, ਤੇ ਦੂਜੇ ਪਾਸੇ ਜੇ ਭਾਂਡਾ ਮਲੀਨ ਹੋਵੇ, ਤਾਂ ਹੀ ਤਾਂ ਮਹਾਰਾਜ ਜੀ ਨੇ ਇੱਕ ਬਚਨ ਕਰਨਾ ਕੀਤਾ ਗੁਰਬਾਣੀ ਦੇ ਵਿੱਚ ਕਿ ਭਾਂਡਾ ਧੋਏ ਬੈਸ ਧੂਪ ਦੇਵਹੁ, ਤਉ ਦੂਧੈ ਕਉ ਜਾਵਹੁ, ਦੂਧ ਕਰਮ ਪੁਣ ਸੁਰਤ ਸਮਾਇਣ, ਹੋਏ ਨਿਰਾਸ ਜਮਾਵਹੁ, ਜਪਹੁ ਤਾ ਏਕੋ ਨਾਮਾ ਅਵਰ ਨਿਰਾਫਲ ਕਾਮਾ। ਸਤਿਗੁਰੂ ਮਹਾਰਾਜ ਜੀ ਨੇ ਦੁੱਧ ਦਾ ਉਦਾਹਰਨ ਲੈ ਕਰਕੇ ਮਹਾਰਾਜ ਜੀ ਨੇ ਉੱਥੇ ਬਚਨ ਕਰਨਾ ਕੀਤਾ, ਜਗਿਆਸੂ ਨੂੰ ਸੰਬੋਧਨ ਕੀਤਾ ਹੈ
ਕਿ ਜਿਸ ਤਰ੍ਹਾਂ ਕਿ ਦੁੱਧ ਲੈਣਾ ਹੋਵੇ ਪਹਿਲੇ ਹੋਏ 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 ਭਾਂਡਾ ਹੀ ਅਤ ਮਲੀਨ ਹੋਵੇ, ਗੰਦਗੀ ਦੇ ਨਾਲ ਭਰਿਆ ਹੋਇਆ ਹੋਵੇ, ਤਾਂ ਵੀ ਪਿਆਰਿਓ ਦੁੱਧ ਲੈਣ ਵਾਸਤੇ ਤੁਹਾਡਾ ਦੁੱਧ ਜਿਹੜਾ ਫਿੱਟ ਜਾਂਦਾ ਹੈ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਤੂੰ ਕਹਿੰਦਾ ਨਾ ਮੈਨੇ ਦੁੱਧ ਦੇ ਵਿੱਚ ਕਾਂਜੀ ਪਾ ਦਿੱਤੀ ਹੈ, ਗ੍ਰਸਤ ਜੀਵਨ ਨੂੰ ਮੁੜ ਕੇ ਅਪਣਾਉਣਾ ਕੀਤਾ। ਜੇ ਇਹ ਗੱਲ ਹੈ ਤੇ ਤੇਰੀ ਮਾਂ ਤਾਂ ਕੁਚੱਜੀ ਹੈ, ਉਹਨੇ ਤਾਂ ਸ਼ੁਰੂਆਤ ਵਿੱਚ ਹੀ ਭਾਂਡਾ ਨਹੀਂ ਧੋਤਾ, ਉਹਨੇ ਗ੍ਰਸਤ ਜੀਵਨ ਨੂੰ ਅਪਣਾਉਣਾ ਕੀਤਾ, ਤੇਰੇ ਪਿਓ ਦੇ ਨਾਲ ਗ੍ਰਸਤ ਕੀਤੀ, ਤਾਂ ਕਰਕੇ ਤੇਰੇ ਵਰਗੇ ਦਾ ਜਨਮ ਹੋਇਆ ਹੈ। ਜਾਂ ਤੇ ਮਾਖਨ ਹਾਥ ਨਾ ਆਵਾ, ਇਸ ਕਰਕੇ ਜੋ ਮਰਜ਼ੀ ਕਰਨਾ ਕਰ, ਤੇਰੀ ਮਾਂ ਨੂੰ ਵੀ ਮੱਖਣ ਸਾਰ ਦੀ ਪ੍ਰਾਪਤੀ ਨਹੀਂ ਹੋਵੇਗੀ। ਤੂੰ ਗ੍ਰਸਤ ਜੀਵਨ ਨੂੰ ਮਾੜਾ ਬੋਲਦਾ ਤੇ ਤੇਰੀ ਮਾਂ ਵੀ ਤਾਂ ਗ੍ਰਸਤੀ ਹੈ, ਤੇਰਾ ਪਿਓ ਵੀ ਤਾਂ ਗ੍ਰਸਤੀ ਹੈ, ਤੇਰਾ ਦਾਦਾ ਤੇਰਾ ਨਾਨਾ ਇਹ ਸਾਰੇ ਗ੍ਰਸਤੀ ਹਨ। ਤੇਰੇ ਗ੍ਰਸਤ ਕਰਕੇ ਹੀ ਤਾਂ ਤੇਰੀ ਉਪਜ ਹੋਈ ਹੈ। ਜਮਿਓ ਨਾ ਦੂਧ ਨਾ ਮਾਨ ਗਵਾਵਾ, ਸ਼ੁਰੂਆਤ ਦੇ ਵਿੱਚ ਹੀ ਦੁੱਧ ਜੇ ਖਰਾਬ ਹੋ ਜਾਵੇ ਤੇ ਦੁੱਧ ਕਿਸ ਤਰ੍ਹਾਂ ਜੰਮ ਸਕਦਾ। ਤੇਰੀ ਮਾਂ ਨੇ ਤਾਂ ਗਲਤ ਕੰਮ ਕਰ ਲਿਆ, ਦੁੱਧ ਤਾਂ ਜੰਮਿਆ ਹੀ ਨਹੀਂ ਤੇ ਨਾਲ ਅਹੰਕਾਰ ਵੀ ਉਹਨੇ ਗਵਾਉਣਾ ਕੀਤਾ ਹੈ। ਛੋੜ ਗ੍ਰਸਤ ਕੋ ਭਇਓ ਅਤੀਤਾ, ਤੇ ਹੁਣ ਤੂੰ ਕੀ ਕਰਦਾ? ਤੂੰ ਵੀ ਤਾਂ ਸੋਚਣਾ ਕਰ ਕਿ ਤੂੰ ਵੀ ਤਾਂ ਗ੍ਰਸਤ ਜੀਵਨ ਦਾ ਤਿਆਗ ਕਰਕੇ ਹੈ ਤਾਂ ਤੂੰ ਵੀ ਗ੍ਰਸਤੀ ਹੈ। ਕਿਉਂਕਿ ਪਿਆਰਿਓ ਜਿੰਨਾ ਵੀ ਸੰਸਾਰ ਦੇ ਵਿੱਚ ਉਪਜ ਹੋ ਰਹੀ ਨਾ, ਜਿੰਨਾ ਵੀ ਪੈਦਾਵਾਰ ਹੋ ਰਹੀ ਹੈ, ਇਹ ਸਭ ਗ੍ਰਸਤ ਦੇ ਕਰਕੇ ਹੈ। ਕਿਉਂਕਿ ਜਿੱਥੇ ਵੀ ਦੋ ਜੀਵਾਂ ਦਾ ਮੇਲ ਹੁੰਦਾ, ਮੇਲ ਤੇ ਫੀਮੇਲ ਦਾ, ਉੱਥੇ ਪਿਆਰਿਓ ਸੰਸਾਰ ਦੀ ਰਚਨਾ ਹੁੰਦੀ ਹੈ, ਨਵੀਂ ਪੀੜ੍ਹੀ ਦਾ ਜਨਮ ਹੁੰਦਾ। ਜੇ ਸਾਰੇ ਪਿਆਰਿਓ ਇਹ ਬਣ ਜਾਣ, ਅਤੀਤ ਬਣ ਜਾਣ, ਸਾਰੇ ਕਾਮ ਦਾ ਤਿਆਗ ਹੀ ਕਰ ਦੇਣ ਤੇ ਸੰਸਾਰ ਪਿਆਰਿਓ ਤੁਰੰਤ ਖਤਮ ਹੋ ਜਾਵੇ। ਜਿੰਨੇ ਵੀ ਆਪਾਂ ਜੀਵ ਜੰਤੂ ਵੇਖਦੇ ਹਾਂ, ਛੋਟੇ ਤੋਂ ਲੈ ਕਰਕੇ ਵੱਡੇ ਤੱਕ, ਤੇ ਜਿੰਨਾ ਵੀ ਆਪਾਂ ਦਰਖਤ ਆਦਿਕ ਇਹ ਸਭ ਕੁਝ ਵੇਖਦੇ ਆ, ਇੱਕ ਦੂਜੇ ਦੇ ਨਾਲ ਮਿਲ ਕਰਕੇ ਹੀ ਪਿਆਰਿਓ ਇਹਨਾਂ ਦਾ ਵਿਸਥਾਰ ਹੁੰਦਾ ਹੈ। ਭਾਵ ਕਿ ਉਹ ਵੀ ਗ੍ਰਸਤ ਕਰਦੇ ਹਨ, ਤਾਂ ਕਰਕੇ ਸੰਸਾਰ ਚੱਲ ਰਿਹਾ। ਜੇ ਗ੍ਰਸਤ ਜੀਵਨ ਹਟ ਜਾਵੇ, ਗ੍ਰਸਤ ਮਾਰਗ ਹਟ ਜਾਵੇ ਤੇ ਸੰਸਾਰ ਕਦੇ ਵੀ ਚੱਲ ਨਹੀਂ ਸਕਦਾ। ਸੰਸਾਰ ਤਾਂ ਤੁਰੰਤ ਖਤਮ ਹੋ ਜਾਵੇਗਾ। ਤੇ ਛੋੜ ਗ੍ਰਸਤ ਕੋ ਭਇਓ ਅਤੀਤਾ, ਤੇ ਤੂਨੇ ਵੀ ਗ੍ਰਸਤ ਦਾ ਤਿਆਗ ਕਰਕੇ ਤੂੰ ਅਤੀਤ ਬਣ ਗਿਆ। ਬਹੁਰੂ ਰਹੀ ਪ੍ਰੀਤ ਚਿਤ ਨੀਤਾ, ਤੇ ਘਰ ਦਾ ਤਿਆਗ ਕਰਨ ਦੇ ਨਾਲ ਕੀ ਗੱਲ ਬਣ ਜਾਂਦੀ ਹੈ? ਘਰ ਕੀ ਨਾਰ ਤਿਆਗੈ ਹੈ ਅੰਧਾ, ਪਰ ਨਾਰੀ ਸਿਉ ਘਾਲੈ ਧੰਦਾ। ਤੇ ਬੇਸ਼ੱਕ ਕਈ ਵਾਰੀ ਕਈ ਕੀ ਕਰਦੇ ਹਨ, ਕਿਉਂਕਿ ਪਿਆਰਿਓ ਹਰ ਆਪਾਂ ਤੱਕਦੇ ਆ, ਕਈ ਵਾਰੀ ਆਪਾਂ ਕਹਿ ਦਿੰਦੇ ਆ ਕਿ ਭਾਈ ਆ ਫਲਾਣਾ ਬੰਦਾ ਜਿਹੜਾ ਭਾਈ ਇਹ ਬ੍ਰਹਮਚਾਰੀ ਹੈ। ਆਮ ਇਹੀ ਕਹਿ ਦਿੰਦੇ ਆ, ਜਿਹਨੇ ਵਿਆਹ ਨਹੀਂ ਕਰਨਾ ਕੀਤਾ ਉਹਨੂੰ ਆਪਾਂ ਬ੍ਰਹਮਚਾਰੀ ਬੋਲਦੇ ਆ। ਨਹੀਂ ਪਿਆਰਿਓ, ਇਹ ਸ਼ਬਦ ਗਲਤ ਹੈ। ਬ੍ਰਹਮਚਾਰੀ ਦੇ ਅਰਥ ਬਹੁਤ ਵੱਡੇ ਹਨ, ਉਹਦੇ ਬਹੁਤ ਵੱਡੇ ਮਾਇਨੇ ਹਨ। ਤੇ ਜਿਹੜਾ 8 ਪ੍ਰਕਾਰ ਦੇ ਨਾਲ ਕਾਮ ਤੋਂ ਬਚਿਆ ਹੋਇਆ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਯੋਗ ਦੀ ਜਦੋਂ ਪਰਿਭਾਸ਼ਾ ਦੱਸਣੀ ਕੀਤੀ, ਉਸ ਵਿੱਚ ਮਹਾਰਾਜ ਜੀ ਨੇ ਕਿਹਾ 8 ਤਰੀਕੇ ਦੇ ਨਾਲ ਜਿਹੜਾ ਕਾਮ ਤੋਂ ਬਚਿਆ ਹੋਇਆ, ਜਿਹੜਾ ਅਪਰਸ ਹੈ, ਮਨ ਕਰਕੇ ਵੀ ਜਿਹਦੇ ਮਨ ਦੇ ਵਿੱਚ ਇਸਤਰੀ ਦਾ ਫੁਰਨਾ ਨਹੀਂ ਆਉਂਦਾ, ਤਨ ਕਰਕੇ ਵੀ ਜਿਹੜਾ ਇਸਤਰੀ ਤੋਂ ਦੂਰ ਹੈ, ਉਹ ਅਸਲ ਦੇ ਵਿੱਚ ਬ੍ਰਹਮਚਾਰੀ ਹੈ। ਕਈ ਵਾਰੀ ਆਪਾਂ ਵੇਖਦੇ ਹਾਂ ਪਿਆਰਿਓ, ਇਹ ਆਪ ਨੂੰ ਵੀ ਪਤਾ ਹੋਵੇਗਾ, ਕਈ ਕੀ ਕਰਦੇ ਕਿ ਕਿਸੇ ਕਾਰਨ ਕਰਕੇ ਵਿਆਹ ਸ਼ਾਦੀ ਤਾਂ ਨਹੀਂ ਕਰਦੇ। ਚਲੋ ਉਹਨਾਂ ਦੀ ਆਪਣੀ ਮਰਜ਼ੀ ਹੈ, ਵਿਆਹ ਤਾਂ ਨਹੀਂ ਕਰਦੇ, ਲੇਕਿਨ ਉਹਨਾਂ ਦੇ ਕਈ ਸਬੰਧ ਕਈਆਂ ਦੇ ਨਾਲ ਹੁੰਦੇ ਹਨ। ਇਸ ਕਰਕੇ ਉਹਨਾਂ ਨੂੰ ਆਪਾਂ ਬ੍ਰਹਮਚਾਰੀ ਨਹੀਂ ਕਹਿ ਸਕਦੇ ਆ। ਜਿਹੜਾ ਤਨ ਕਰਕੇ ਮਨ ਕਰਕੇ ਜਿਹੜਾ ਨਵਾਂ ਨਿਰੋਗਾ ਹੋਵੇ, ਪਰਾਏ ਇਸਤਰੀ ਜਾਂ ਪਰਾਏ ਪੁਰਸ਼ ਤੋਂ ਜਿਹੜਾ ਅਸਪਰਸ਼ ਹੋਵੇ, ਉਹ ਅਸਲ ਦੇ ਵਿੱਚ ਬ੍ਰਹਮਚਾਰੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ ਕਿ ਤੂੰ ਤਾਂ ਵਿਆਹ ਨਹੀਂ ਕੀਤਾ, ਲੇਕਿਨ ਤੇਰੇ ਮਨ ਦੇ ਵਿੱਚ ਵੀ ਤਾਂ ਇਹੀ ਚਿੱਤ ਲੱਗਿਆ ਹੋਇਆ, ਚਿੱਤ ਲਾਇਆ ਪਰ ਨਾਰੀ, ਮਨ ਦੇ ਵਿੱਚ ਤਾਂ ਇਹੀ ਸੋਚਦਾ
ਕਿਉਂਕਿ ਪਿਆਰਿਓ ਕਰਦੇ ਹਨ, ਗ੍ਰਸਤ ਦਾ ਤਿਆਗ ਕਰ ਦਿੰਦੇ, ਲੇਕਿਨ ਅਧਵਾਟੇ ਫਸ ਜਾਂਦੇ ਹਨ। ਵਿਆਹ ਤਾਂ ਨਹੀਂ ਕਰਦੇ, ਲੇਕਿਨ ਉਹਨਾਂ ਦਾ ਚਿੱਤ ਜਿਹੜਾ ਦੂਜੀਆਂ ਇਸਤਰੀਆਂ ਦੇ ਵਿੱਚ ਜਾਂ ਦੂਜੇ ਪੁਰਸ਼ਾਂ ਦੇ ਵਿੱਚ ਉਹਨਾਂ ਦਾ ਚਿੱਤ ਲੱਗਿਆ ਹੋਇਆ ਹੁੰਦਾ, ਸਦਾ ਮਨ ਦੇ ਵਿੱਚ ਖੌਲ ਮਚਿਆ ਹੋਇਆ ਹੁੰਦਾ, ਸਦਾ ਫਿਰ ਇਹੀ ਸੋਚਦੇ ਹਨ, ਕਾਮ ਦੀ ਭਾਵਨਾ ਚੱਲਦੀ ਹੈ। ਮਹਾਰਾਜ ਜੀ ਨੇ ਭੰਗਰਨਾਥ ਨੂੰ ਕਿਹਾ ਕਿ ਭੰਗਰਨਾਥ, ਵਿਆਹ ਤਾਂ ਨਹੀਂ ਕੀਤਾ ਤੂਨੇ, ਸੱਚ ਗੱਲ ਹੈ, ਲੇਕਿਨ ਚਿੱਤ ਵਿੱਚ ਤਾਂ ਤੇਰੇ ਪਰਾਈ ਇਸਤਰੀ ਦੇ ਹੀ ਫੁਰਨੇ ਚੱਲਦੇ। ਭੋਜਨ ਹਿਤ ਮੰਗਨ ਤਹਿ ਜਾਈ। ਇੱਕ ਤਾਂ ਮਨ ਦੇ ਵਿੱਚ ਵੀ ਤੇਰਾ ਗ੍ਰਸਤ ਜੀਵਨ, ਗ੍ਰਸਤੀ ਦੇ ਵਿੱਚ ਹੀ ਤੇਰਾ ਮਨ ਲੱਗਿਆ ਹੋਇਆ, ਫਿਰ ਜਦੋਂ ਵੀ ਭੋਜਨ ਲੈਣਾ ਹੋਵੇ ਤਾਂ ਤੁਸੀਂ ਕਿੱਥੇ ਜਾਂਦੇ ਹੋ? ਗ੍ਰਸਤੀਆਂ ਦੇ ਕੋਲ ਹੀ ਤਾਂ ਜਾ ਕਰਕੇ ਤੁਸੀਂ ਮੰਗਦੇ ਹੋ। ਸਤਿਗੁਰੂ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ ਨਾ ਕਿ ਦਿਨ ਦਾ ਨਰਕ ਲੈਂਦੇ ਸਵਰਗ, ਦੇਖੋ ਇਹੋ ਧਿਨਾਣਾ, ਕਿ ਇਹੀ ਤਾਂ ਬਹੁਤ ਵੱਡੀ ਵਿਡੰਬਣਾ ਵਾਲੀ ਗੱਲ ਹੈ। ਇਹ ਕਹਿੰਦੇ ਕਿ ਸਾਰੇ ਗ੍ਰਸਤੀ ਜਿਹੜੇ ਹਨ, ਗ੍ਰਸਤ ਇਹ ਨਰਕ ਦਾ ਦਵਾਰ ਹੈ। ਜਿਹੜਾ ਵੀ ਗ੍ਰਸਤੀ ਬਣ ਜਾਂਦਾ ਉਹ ਨਰਕ ਨਿਵਾਸੀ ਬਣ ਜਾਂਦਾ, ਉਹ ਸਿੱਧਾ ਨਰਕਾਂ ਨੂੰ ਜਾਂਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕਟਾਕਸ਼ ਕਰਨਾ ਕੀਤਾ, ਜੋ ਸ਼ਬਦ ਮਹਾਰਾਜ ਜੀ ਨੇ ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੈ, ਕਵਨ ਮਾਸ ਕਵਨ ਸਾਗ ਕਹਾਵੈ, ਕਿਸ ਮੈਂ ਪਾਪ ਸਮਾਣੇ। ਇਹ ਸ਼ਬਦ ਮਹਾਰਾਜ ਜੀ ਨੇ ਜਦੋਂ ਉਚਾਰਨ ਕਰਨਾ ਕੀਤਾ, ਉਹਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਇਹ ਵੀ ਤੁਕ ਸ਼ਾਮਲ ਕਰਨੀ ਕੀਤੀ ਹੈ, ਕਿਉਂਕਿ ਆਮ ਲੋਕਾਂ ਦਾ ਇਹ ਮਤ ਹੈ ਕਿ ਗ੍ਰਸਤੀ ਬੰਦਾ ਜੋ ਗ੍ਰਸਤ ਵਿੱਚ ਰਹਿੰਦਾ ਉਹ ਨਰਕਾਂ ਨੂੰ ਜਾਂਦਾ। ਤੇ ਮਹਾਰਾਜ ਨੇ ਕਿਹਾ ਠੀਕ ਹੈ, ਤੁਹਾਡੇ ਮਤ ਮੁਤਾਬਕ ਜੇ ਗ੍ਰਸਤੀ ਜਿਹੜਾ ਨਰਕਾਂ ਨੂੰ ਜਾਂਦਾ, ਤੇ ਤੁਸੀਂ ਸਾਧੂ ਸੰਤ ਉਹਨਾਂ ਗ੍ਰਸਤੀਆਂ ਤੋਂ ਦਾਨ ਲੈਂਦੇ ਹੋ, ਉਹਨਾਂ ਤੋਂ ਮਾਇਆ ਮੰਗਦੇ ਹੋ, ਉਹਨਾਂ ਤੋਂ ਖਾਣ ਪੀਣ ਦੇ ਪਦਾਰਥ ਲੈਂਦੇ ਹੋ, ਚੰਗੀ ਤੁਹਾਡੀ ਕਮਾਲ ਦੀ ਗੱਲ ਹੈ। ਦੇਣ ਵਾਲਾ ਦਾਤਾ ਨਰਕਾਂ ਨੂੰ ਜਾ ਰਿਹਾ ਹੈ, ਲੈਣ ਵਾਲਾ ਭਿਖਾਰੀ ਜਿਹੜਾ ਮੰਗਦਾ ਜਿਹੜਾ ਉਹ ਸਵਰਗਾਂ ਨੂੰ ਜਾਵੇਗਾ। ਦੇਖੋ ਇਹੋ ਧਿਨਾਣਾ, ਇਹ ਬੜੀ ਕਮਾਲ ਦੀ ਗੱਲ ਹੈ ਭਾਈ। ਅਸਲ ਦੇ ਵਿੱਚ ਆਪਾਂ ਕਹਿੰਦੇ ਨਾ ਜੀ, ਦੇਣ ਵਾਲਾ ਜਿਹੜਾ ਉਹਨੂੰ ਦਾਤਾ ਕਹਿੰਦੇ ਹਨ, ਦਾਨੀ ਬੋਲਦੇ ਹਨ, ਤੇ ਦਾਨੀ ਜਿਹੜਾ ਸਵਰਗਾਂ ਨੂੰ ਜਾਂਦਾ ਹੈ। ਤੇ ਤੁਸੀਂ ਕਹਿੰਦੇ ਗ੍ਰਸਤੀ ਜਿਹੜਾ ਹੈ ਭਾਵੇਂ ਜੋ ਮਰਜੀ ਦਾਨ ਕਰੇ, ਉਹ ਦਾਨ ਦੇਣ ਵਾਲਾ ਨਰਕਾਂ ਨੂੰ ਜਾਂਦਾ, ਲੈਣ ਵਾਲਾ ਸਵਰਗਾਂ ਨੂੰ ਜਾਂਦਾ। ਤੇ ਫਿਰ ਜੇ ਉਹ ਨਰਕਾਂ ਨੂੰ ਜਾਂਦਾ ਨਾ, ਤੁਹਾਨੂੰ ਪੱਕਾ ਪਤਾ, ਫਿਰ ਤੁਸੀਂ ਉਹਨਾਂ ਤੋਂ ਦਾਨ ਕਿਉਂ ਲੈਂਦੇ ਹੋ? ਜੇ ਦਾਨ ਹੀ ਲੈਣਾ ਤੇ ਫਿਰ ਜਿਹੜਾ ਸਵਰਗਾਂ ਨੂੰ ਜਾਵੇ ਉਹਨਾਂ ਤੋਂ ਦਾਨ ਲੈਣਾ ਕਰੋ। ਅੱਜ ਵੀ ਪਿਆਰਿਓ, ਜੇ ਆਪਾਂ ਵੇਖਦੇ ਹਾਂ ਜਿੰਨੀਆਂ ਵੀ ਸੇਵਾਵਾਂ ਹੁੰਦੀਆਂ, ਜਿੱਥੇ ਜਿੱਥੇ ਗੁਰੂ ਘਰਾਂ ਦੇ ਵਿੱਚ, ਮੰਦਰਾਂ ਮਸੀਤਾਂ ਦੇ ਵਿੱਚ, ਮਾਫ ਕਰਦਾ ਪਿਆਰਿਓ, ਲੇਕਿਨ ਗੱਲ ਸਚਾਈ ਵਾਲੀ ਹੈ। ਬਹੁਤ ਘੱਟ ਹੋਵੇਗਾ ਜਿਹੜੇ ਵਿਰਕਤ ਹੁੰਦੇ ਹਨ ਤੇ ਉਹ ਦਾਨ ਕਰਦੇ। ਜ਼ਿਆਦਾ ਕਰਕੇ ਤਾਂ ਦਾਨ ਜਿਹੜਾ 95% ਆਪਾਂ ਕਹਿ ਸਕਦੇ ਹਾਂ, ਗ੍ਰਸਤੀ ਬੰਦਾ ਹੀ ਪਿਆਰਿਓ ਦਾਨ ਕਰਦਾ। ਉਹ ਫਿਰ ਮਿਹਨਤ ਕਰਦਾ ਹੈ, ਮਸ਼ੱਕਤ ਕਰਦਾ, ਉਹਦੇ ਵਿੱਚ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਉਹ ਘਾਲ ਕਮਾਈ ਕਰਕੇ ਆਪ ਖਾਂਦਾ, ਆਪਣੇ ਪਰਿਵਾਰ ਦਾ ਲਾਲਨ ਪਾਲਨ ਕਰਦਾ, ਉਹਦੇ ਵਿੱਚੋਂ ਜੋ ਦਸਵੰਧ ਨਿਕਲਦਾ ਨਾ, 10ਵਾਂ ਹਿੱਸਾ, ਉਹ ਗੁਰੂ ਘਰ ਦੇ ਵਿੱਚ, ਗੁਰੂ ਕੀ ਗੋਲਕ ਦੇ ਵਿੱਚ ਜਾਂ ਲੋਕ ਭਲਾਈ ਦੇ ਵਾਸਤੇ ਉਹ ਅਰਪਣ ਕਰਦਾ। ਜਿਹੜੇ ਅਤੀਤ ਬਣ ਜਾਂਦੇ ਹਨ ਤੇ ਅਤੀਤ ਬਣ ਕੇ ਵਿਹਲੇ ਹੋ ਜਾਂਦੇ, ਕੋਈ ਕੰਮ ਨਹੀਂ ਕਰਨਾ, ਵਿਹਲੜ ਬੈਠੇ ਰਹਿਣਾ, ਤੇ ਉਹਨਾਂ ਵੇਲਿਆਂ ਨੇ ਪਿਆਰਿਓ ਕਿੱਥੇ ਦਾਨ ਕਰਦਾ? ਉਹਨਾਂ ਨੂੰ ਆਪਣੇ ਖਾਣ ਪੀਣ ਦੇ ਜੋਗਾ ਪ੍ਰਾਪਤ ਨਹੀਂ ਹੁੰਦਾ, ਉਹ ਲੋਕਾਂ ਨੂੰ ਦਾਨ ਕਿਸ ਤਰ੍ਹਾਂ ਕਰ ਸਕਦੇ? ਘਰ ਘਰ ਵਿਚਰਤ ਲਾਜ ਗੁਵਾਈ। ਤੁਹਾਨੂੰ ਤਾਂ ਸ਼ਰਮ ਦੇ ਨਾਲ ਮਰ ਜਾਣਾ ਚਾਹੀਦਾ। ਸਤਿਗੁਰੂ ਮਹਾਰਾਜ ਕਹਿਣ ਲੱਗੇ ਕਿ ਗ੍ਰਸਤੀਆਂ ਨੂੰ ਗਾਲਾਂ ਕੱਢਦੇ ਹੋ, ਤੇ ਉਹੀ ਗ੍ਰਸਤੀਆਂ ਦੇ ਦਰ ਦਰ ਤੇ ਜਾ ਕਰਕੇ ਟੁੱਕ ਮੰਗ ਕਰਕੇ ਛਕਦੇ ਹੋ, ਭੀਖ ਮੰਗ ਕਰਕੇ ਉਹਨਾਂ ਤੋਂ ਪ੍ਰਸ਼ਾਦਾ ਪ੍ਰਾਪਤ ਕਰਦੇ ਹੋ। ਜੇ ਗ੍ਰਸਤੀ ਨਰਕਾਂ ਨੂੰ ਜਾਂਦੇ, ਜੇ ਗ੍ਰਸਤੀ ਜਿਹੜੇ ਗੰਦੇ ਹਨ, ਤੇ ਉਹਨਾਂ ਤੋਂ ਦਾਨ ਕਿਉਂ ਲੈਂਦੇ ਹੋ ਤੁਸੀਂ? ਬਿਨ ਦਿੱਤੇ ਕੁਛ ਹੱਥ ਨ ਆਵੇ। ਕਿਉਂਕਿ ਜਦੋਂ ਤੱਕ ਉਹ ਤੁਹਾਨੂੰ ਨਹੀਂ ਦੇਣਗੇ, ਉਦੋਂ ਤੱਕ ਸਦਾ ਤੁਸੀਂ ਵਿਚਰਦੇ ਰਹਿੰਦੇ ਹੋ। ਕਈ ਵਾਰੀ ਪਿਆਰਿਓ ਕੋਈ ਸੰਸਾਰੀ ਬੰਦਾ, ਗ੍ਰਸਤੀ ਬੰਦਾ, ਉਹ ਤ੍ਰਿਸ਼ਨਾਲੂ ਹੋਵੇ, ਆਪਾਂ ਸਮਝ ਸਕਦੇ ਹਾਂ ਕਿ ਉਹਨੂੰ ਤਾਂ ਤ੍ਰਿਸ਼ਨਾ ਹੋਣੀ ਚਾਹੀਦੀ ਹੈ। ਇੱਕ ਹਿਸਾਬ ਦੇ ਨਾਲ ਉਹਨੂੰ ਆਪਣੇ ਪਰਿਵਾਰ ਦਾ ਵੀ ਲਾਲਨ ਪਾਲਨ ਕਰਨਾ ਹੈ, ਪਰਿਵਾਰ ਦਾ ਵੀ ਪਾਲਨ ਪੋਸ਼ਣ ਕਰਨਾ। ਚਲੋ ਉਹਦੇ ਅੰਦਰ ਤ੍ਰਿਸ਼ਨਾ ਹੈ, ਠੀਕ ਹੈ, ਸਮਝ ਸਕਦੇ ਹਾਂ,
ਲੇਕਿਨ ਜਿਹੜੇ ਅਤੀਤ ਬੰਦੇ ਹੋ ਜਾਂਦੇ ਹਨ, ਘਰ ਗ੍ਰਸਤੀ ਦਾ ਤਿਆਗ ਕਰਦੇ, ਉਹਨਾਂ ਦੇ ਅੰਦਰ ਵੀ ਤ੍ਰਿਸ਼ਨਾ ਹੁੰਦੀ ਹੈ। ਸਗੋਂ ਪਿਆਰਿਓ ਆਮ ਗ੍ਰਸਤੀ ਤੋਂ ਜ਼ਿਆਦਾ ਉਹਨਾਂ ਦੇ ਅੰਦਰ ਤ੍ਰਿਸ਼ਨਾ ਹੁੰਦੀ ਹੈ। ਉਹ ਲੋਛੂ ਕਰਦੇ ਹਨ, ਇਹ ਵੀ ਮੈਨੂੰ ਮਿਲ ਜਾਵੇ, ਉਹ ਵੀ ਮੈਨੂੰ ਮਿਲ ਜਾਵੇ, ਮੇਰਾ ਇੱਥੇ ਵੀ ਕਬਜ਼ਾ ਹੋ ਜਾਵੇ, ਮੇਰਾ ਉੱਥੇ ਵੀ ਕਬਜ਼ਾ ਹੋ ਜਾਵੇ, ਉਹ ਜ਼ਮੀਨ ਵੀ ਮੈਨੂੰ ਮਿਲ ਜਾਵੇ, ਉਹ ਡੇਰਾ ਵੀ ਮੈਨੂੰ ਮਿਲ ਜਾਵੇ। ਇਸ ਤਰ੍ਹਾਂ ਫਿਰ ਤ੍ਰਿਸ਼ਨਾ ਤਾਂ ਇੱਕ ਗ੍ਰਸਤੀ ਬੰਦਾ, ਉਹਦੀ ਕੋਈ ਜ਼ਿਆਦੀ ਤ੍ਰਿਸ਼ਨਾ ਨਹੀਂ ਹੁੰਦੀ ਹੈ। ਥੋੜ੍ਹੀ ਬਹੁਤ ਮਾਇਆ ਮਿਲ ਜਾਵੇ, ਥੋੜ੍ਹਾ ਪਰਿਵਾਰ ਨੂੰ ਵਧੀਆ ਖਾਣ ਪੀਣ ਵਾਸਤੇ ਮਿਲ ਜਾਵੇ, ਇਹ ਠੀਕ ਹੈ, ਇਹ ਉਹਦਾ ਫਰਜ਼ ਹੈ। ਲੇਕਿਨ ਸਤਿਗੁਰੂ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ, ਭੰਗਰਨਾਥ ਅਤੀਤ ਹੈ ਭਾਈ, ਤੇਰੇ ਮਨ ਦੇ ਵਿੱਚ ਇੰਨੀ ਤ੍ਰਿਸ਼ਨਾ ਕਿਉਂ? ਕਿਉਂਕਿ ਕਈ ਇਹੋ ਜਿਹੇ ਹੁੰਦੇ ਹਨ ਪਿਆਰਿਓ, ਅਖਾਉਂਦੇ ਆਪਣੇ ਆਪ ਨੂੰ ਅਤੀਤ, ਕਹਿੰਦੇ ਜੀ ਅਸੀਂ ਤਾਂ ਫੱਕੜ ਹਾਂ, ਅਸੀਂ ਤਾਂ ਅਤੀਤ ਹਾਂ, ਭੁੱਜੇ ਪੈਣ ਵਾਲੇ ਹਾਂ। ਲੇਕਿਨ ਤ੍ਰਿਸ਼ਨਾ ਇੰਨੀ ਜ਼ਿਆਦੀ ਹੁੰਦੀ ਹੈ ਉਹਨਾਂ ਦੇ ਅੰਦਰ, ਆਮ ਗ੍ਰਸਤੀ ਬੰਦਾ ਵੀ ਉਹਨਾਂ ਦੇ ਅੱਗੇ ਮਾਤ ਖਾ ਜਾਂਦਾ। ਇਸ ਪ੍ਰਕਾਰ ਕੀ ਸੁਣ ਕਰ ਬਾਣੀ, ਇਸ ਤਰ੍ਹਾਂ ਦੀ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਨੂੰ, ਬਚਨਾਂ ਨੂੰ ਸੁਣ ਕਰਕੇ ਸ਼ੰਭੂ ਨਾਥ ਭਨੇ ਬੜ ਮਾਨੀ। ਜੋ ਸ਼ੰਭੂ ਨਾਥ ਹੁਣ ਦੂਜਾ, ਇਹ ਤਾਂ ਬਚਨ ਮਹਾਰਾਜ ਜੀ ਨੇ ਭੰਗਰਨਾਥ ਦੇ ਨਾਲ ਕੀਤਾ। ਹੁਣ ਦੂਜਾ ਜਿਹੜਾ ਸ਼ੰਭੂ ਨਾਥ ਬੜਾ ਅਹੰਕਾਰੀ ਹੈ, ਉਹ ਅੱਗੇ ਆਇਆ। ਕਿਆ ਤੈਂ ਜਗ ਕੋ ਸ਼ਕਤ ਦਿਖਾਈ, ਸਤਿਗੁਰੂ ਮਹਾਰਾਜ ਜੀ ਨੂੰ ਕਹਿੰਦਾ, ਬਾਲਿਆ ਤੂਨੇ ਸੰਸਾਰ ਨੂੰ ਕੀ ਆਪਣੀ ਸ਼ਕਤੀ ਦਿਖਾਉਣੀ ਕੀਤੀ? ਹਮੇ ਦਿਖਾਈ ਬਿਲਮ ਕਿਉਂ ਲਾਈ, ਸਾਨੂੰ ਵੀ ਸ਼ਕਤੀ ਦਿਖਾਉਣਾ ਕਰੋ, ਤੇ ਕਿਉਂ ਦੇਰੀ ਲਾਉਂਦੇ ਹੋ? ਸੁਣਿਆ ਤੁਹਾਡੇ ਅੰਦਰ ਬਹੁਤ ਜ਼ਿਆਦੀ ਸ਼ਕਤੀ ਹੈ। ਪਿਆਰਿਓ ਪਹਿਲੀ ਵਾਰੀ ਥੋੜੀ ਵੇਖ ਰਹੇ ਹਨ, ਕਈ ਵਾਰੀ ਸਤਿਗੁਰੂ ਮਹਾਰਾਜ ਜੀ ਦੀ ਅਥਾਹ ਕਰਾਮਾਤ ਇਹਨਾਂ ਨੇ ਤੱਕਣੀ ਕੀਤੀ, ਫਿਰ ਵੀ ਮਨ ਦੇ ਵਿੱਚ ਇਹ ਚਾਹ ਹੈ, ਇਹ ਕਹਿੰਦਾ ਸ਼ੰਭੂਨਾਥ ਕਿਰਪਾ ਕਰੋ ਮਹਾਰਾਜ, ਆਪਣੀ ਸ਼ਕਤੀ ਦਿਖਾਓ। ਕਹਿ ਤੁਮ ਦੁਰ ਹੋ, ਤੁਸੀਂ ਇੱਕ ਕਰਨਾ ਕਰੋ, ਆਪਾਂ ਇਹ ਸਾਰੀ ਪਬਲਿਕ ਆਮ ਲੋਕੀ ਬੈਠੇ ਹਨ, ਇਹਨਾਂ ਦੇ ਸਾਹਮਣੇ ਫੈਸਲਾ ਹੋ ਹੀ ਜਾਣਾ ਚਾਹੀਦਾ ਕਿ ਗੁਰੂ ਨਾਨਕ ਵੱਡਾ ਹੈ ਜਾਂ ਇਹ ਜੋਗੀ ਲੋਕ ਸਿੱਧ ਲੋਕ ਵੱਡੇ ਹਨ। ਚਲੋ ਆਪਾਂ ਲੜਾਈ ਕਰਨਾ ਕਰੀਏ। ਅਕਸਰ ਪਿਆਰਿਓ ਲੜਾਈ ਜਿਹੜੀ ਹੈ, ਆਪਾਂ ਇਹੀ ਕਹਿੰਦੇ ਨਾ ਕਿ ਕਿਹਦੇ ਨਾਲ ਹਾਥਾ ਪਾਈ ਹੋ ਜਾਵੇ, ਹੱਥਾਂ ਦੇ ਨਾਲ ਪੈਰਾਂ ਦੇ ਨਾਲ ਲੜ ਪੈਣ, ਜਾਂ ਸ਼ਸਤਰਾਂ ਦੇ ਨਾਲ ਆਪਾਂ ਜਦੋਂ ਜੰਗ ਕਰਦੇ ਆ, ਮਰਦੇ ਮਾਰਦੇ ਆ, ਇਹਨੂੰ ਹੀ ਆਪਾਂ ਲੜਾਈ ਬੋਲਦੇ ਆ। ਨਹੀਂ ਪਿਆਰਿਓ, ਲੜਾਈ ਕਈ ਕਿਸਮਾਂ ਦੀ ਹੁੰਦੀ ਹੈ। ਗਿਆਨ ਦੀ ਲੜਾਈ ਹੁੰਦੀ ਹੈ, ਪਦ ਪ੍ਰਤਿਸ਼ਠਾ ਦੀ ਲੜਾਈ ਹੁੰਦੀ ਹੈ, ਮਾਇਆ ਦੀ ਲੜਾਈ ਹੁੰਦੀ ਹੈ। ਜਿਹੜੇ ਮਾਇਆ ਧਾਰੀ ਉਹ ਇੰਜ ਲੜਾਈ ਨਹੀਂ ਕਰਦੇ, ਉਹਨਾਂ ਦੀ ਵੀ ਲੜਾਈ ਹੁੰਦੀ ਹੈ। ਕੋਈ ਬੰਦਾ ਅੱਗੇ ਨਿਕਲ ਜਾਵੇ, ਵੱਡਾ ਮਾਇਆ ਧਾਰੀ ਬਣ ਜਾਵੇ, ਉਹ ਕਹਿੰਦਾ ਇਹਦੇ ਨਾਲ ਮੇਰੀ ਲੜਾਈ ਹੈ ਭਾਈ, ਇਹ ਤੋਂ ਵੱਧ ਮੈਨੇ ਮਾਇਆ ਨੂੰ ਕਮਾਉਣਾ, ਇਹ ਵੀ ਪਿਆਰਿਓ ਲੜਾਈ ਹੈ। ਇਸ ਤਰ੍ਹਾਂ ਹੀ ਗਿਆਨ ਦੀ ਲੜਾਈ ਤੇ ਇਹ ਜੋ ਹੈ ਕਰਾਮਾਤ ਦੀ ਲੜਾਈ। ਹੁਣ ਕਰਾਮਾਤ ਦੀ ਲੜਾਈ ਲੜਨਾ ਚਾਹੁੰਦੇ ਸਨ ਤੇ ਕਹਿੰਦੇ ਸਤਿਗੁਰੂ ਮਹਾਰਾਜ ਤੁਸੀਂ ਛੁਪ ਜਾਓ, ਲੁਕ ਜਾਓ, ਜਿੱਥੇ ਤੁਸੀਂ ਲੁਕੋਗੇ ਅਸੀਂ ਤੁਹਾਨੂੰ ਪਕੜ ਕੇ ਉੱਥੋਂ ਲੈ ਕੇ ਆ ਜਾਵਾਂਗੇ, ਤਾਂ ਸਮਝ ਲਿਓ ਕਿ ਅਸੀਂ ਵੱਡੇ ਹਾਂ, ਤੁਸੀਂ ਛੋਟੇ ਹੋ। ਨਾ ਤੋ ਹਮ ਦੁਰ ਹੈ ਹਾਥ ਨਹਿ ਆਵੇ, ਨਹੀਂ ਤਾਂ ਅਸੀਂ ਕੀ ਕਰਦੇ ਹਾਂ, ਲੁਕ ਜਾਂਦੇ ਹਾਂ, ਛੁਪ ਜਾਂਦੇ ਹਾਂ, ਤੁਹਾਡੇ ਹੱਥ ਨਹੀਂ ਆਉਣਾ, ਤੇ ਤੁਸੀਂ ਸਾਨੂੰ ਕਰਾਮਾਤ ਦੇ ਨਾਲ ਫੜ ਕੇ ਦਿਖਾਓ, ਤਾਂ ਅਸੀਂ ਮੰਨ ਲਵਾਂਗੇ ਕਿ ਗੁਰੂ ਨਾਨਕ ਦੇਵ ਜੀ ਵੱਡੇ ਹਨ। ਦੋਹਰਾ ਗੁਰੂ ਕਹੈ ਤੁਮ ਮਹਿ ਸ਼ਕਤ ਹੋ ਦਿਖ ਰਾਵਨਹਾਰ। ਸਤਿਗੁਰੂ ਮਹਾਰਾਜ ਜੀ ਨੇ ਅੱਗੇ ਪਿਆਰਿਓ ਨਿਮਰਤਾ ਦੇ ਵਿੱਚ ਆ ਕਰਕੇ ਬਚਨ ਕਰਨਾ ਕੀਤਾ, ਕਿਉਂਕਿ ਜਿਨ੍ਹਾਂ ਦੇ ਕੋਲ ਕੁਛ ਹੁੰਦਾ ਨਾ, ਤੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਨਾ ਕਹੋ ਕਬੀਰ ਸ਼ੂਸ਼ਾ ਘੱਟ ਬੋਲੇ, ਭਰਿਆ ਹੋਏ ਹੰਕਾਰ ਕਰਦੇ, ਬਹੁਤ ਜ਼ਿਆਦਾ ਬੋਲਦੇ। ਜਿਹੜੇ ਪਿਆਰਿਓ ਭਰੇ ਹੋਏ ਹੁੰਦੇ ਨਾ, ਉਹ ਅੱਗੋਂ ਬੋਲਦੇ ਨਹੀਂ ਹਨ। ਇਹੀ ਤਾਂ ਨਿਸ਼ਾਨੀ ਹੁੰਦੀ ਹੈ। ਇਹ ਖਾਲੀ ਘੜੇ ਸਨ, ਸਤਿਗੁਰੂ ਮਹਾਰਾਜ ਜੀ ਦੇ ਨਾਲ ਬਹਿਸਮਬਾਜ਼ੀ ਕਰਦੇ, ਮਹਾਰਾਜ ਨੂੰ ਕਹਿੰਦੇ ਮਹਾਰਾਜ ਸ਼ਕਤ ਦਿਖਾਓ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਭਾਈ ਮੈਂ ਤਾਂ ਗਰੀਬ ਬੰਦਾ ਹਾਂ, ਮੈਂ ਤਾਂ ਨਿਮਾਣਾ ਹਾਂ ਭਾਈ, ਮੈਂ ਤੁਹਾਨੂੰ ਕੀ ਸ਼ਕਤੀ ਦਿਖਾਉਣਾ ਕਰਾਂ। ਦੁਰਹੁ ਜਾਏ ਉਰ ਚਾਹੇ ਜੇ ਨਿਜ ਨਿਜ ਬਲ ਸਭ ਧਾਰ। ਜੇ ਫਿਰ ਵੀ ਤੁਹਾਡੇ ਮਨ ਦੇ ਵਿੱਚ ਇਹੀ ਹੈ ਸ਼ਕਤੀ ਤੁਸੀਂ ਆਪਣੀ ਦਿਖਾਉਣਾ ਚਾਹੁੰਦੇ, ਮੈਂ ਤਾਂ ਨਹੀਂ ਦਿਖਾਵਾਂਗਾ, ਮੈਂ ਤਾਂ ਨਹੀਂ ਲੁਕਾਂਗਾ। ਪਹਿਲੇ ਤੁਸਾਂ ਨੇ ਬਚਨ ਕੀਤਾ ਇੱਕ ਕੰਮ ਕਰੋ, ਤੁਸੀਂ ਸਾਰੇ ਦੇ ਸਾਰੇ ਲੁਕ ਜਾਓ, ਛੁਪ ਜਾਓ। ਇਹ ਨਹੀਂ ਕਿਹਾ ਕਿ ਭਾਈ ਇੱਕ ਬੰਦਾ ਲੁਕ ਜਾਵੇ,
ਜਾਂ ਤੁਹਾਡੇ ਵਿੱਚੋਂ ਕੋਈ ਵੱਡਾ ਆ ਜਾਵੇ। ਮਹਾਰਾਜ ਜੀ ਨੇ ਕਿਹਾ ਜਿੰਨੇ ਤੁਸੀਂ ਇੱਥੇ ਜੋਗੀ ਸਿੱਧ ਬੈਠੇ ਹੋਏ ਹੋ ਸਾਰੇ ਦੇ ਸਾਰੇ ਲੁਕ ਜਾਓ, ਬਸ ਥੋੜੇ ਕੋ ਸਮੇਂ ਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਫੜ ਕਰਕੇ ਇੱਕ ਥਾਂ ਤੇ ਇਕੱਤਰ ਕਰ ਦੇਣਾ। ਚੌਪਈ ਸੁਨ ਕੈ ਸਿੱਧਨ ਮਤੇ ਮਤਾਈ। ਸੁਣ ਕਰਕੇ ਸਿੱਧਾਂ ਨੇ ਪਿਆਰਿਓ ਫਿਰ ਮਤਾ ਪਾਸ ਕਰਨਾ ਕੀਤਾ। ਪ੍ਰਿਥਕ ਦਸੋ ਦਿਸ਼ ਦੁਰੀਏ ਜਾਏ। ਕਹਿੰਦੇ ਕਿ ਭਾਈ ਇਹ ਤਾਂ ਬਹੁਤ ਵਧੀਆ ਸਾਨੂੰ ਮੌਕਾ ਲੱਗ ਗਿਆ। ਕਿੱਥੇ ਗੁਰੂ ਨਾਨਕ ਦੇਵ ਮਹਾਰਾਜ ਇੱਕ ਹਨ, ਕਿੱਥੇ ਅਸੀਂ ਬਹੁਤ ਜ਼ਿਆਦੀ ਸਾਡੀ ਗਿਣਤੀ ਹੈ, ਤੇ ਆਪਾਂ ਕੀ ਕਰਨਾ ਕਰੀਏ। ਤੇ ਇੱਕ ਦਿਸ਼ਾ ਦੇ ਵਿੱਚ ਜੇ ਆਪਾਂ ਚੱਲ ਜਾਵਾਂਗੇ ਤੇ ਇੱਕ ਦਿਸ਼ਾ ਦੇ ਵਿੱਚ ਸਾਰਿਆਂ ਨੂੰ ਉਹਨਾਂ ਨੇ ਫੜ ਲੈਣਾ। ਆਪਾਂ ਨੇ ਕੀ ਕਰਨਾ, ਇੱਕ ਸੱਜੇ ਚੱਲ ਜਾਵੇ, ਖੱਬੇ ਚੱਲ ਜਾਵੇ, ਕੋਈ ਉੱਤੇ ਕੋਈ ਥੱਲੇ, 10 ਦਿਸ਼ਾਵਾਂ ਦੇ ਵਿੱਚ ਆਪਾਂ ਦੌੜ ਜਾਵਾਂਗੇ, ਲੁਕ ਛੁਪ ਜਾਵਾਂਗੇ। ਸ਼ੰਭੂਨਾਥ ਪ੍ਰਾਚੀ ਦਿਸ਼ ਗਇਓ। ਸਭ ਤੋਂ ਪਹਿਲੇ ਪਿਆਰਿਓ ਜੋ ਸ਼ੰਭੂਨਾਥ ਹੈ, ਪ੍ਰਾਚੀ ਦਾ ਮਤਲਬ ਕਿ ਪੂਰਬ ਦੀ ਦਿਸ਼ਾ ਦੇ ਵੱਲ ਹੋ ਗਿਆ, ਛੁਪ ਗਿਆ। ਭੰਗਰ ਪਸ਼ਚਮ ਦੁਰਤਾ ਭਇਓ। ਭੰਗਰਨਾਥ ਜਿਹੜਾ ਹੈ ਉਹ ਪੱਛਮ ਦੀ ਦਿਸ਼ਾ ਨੂੰ, ਹੁਣ 4 ਦਿਸ਼ਾਵਾਂ ਜਿਹੜੀਆਂ ਹਨ ਇਹ ਮੂਲ 4 ਦਿਸ਼ਾਵਾਂ ਦੇ ਵਿੱਚ ਇਹ ਛੁਪ ਰਹੇ। ਭੰਗਰਨਾਥ ਜਿਹੜਾ ਪੱਛਮ ਦਿਸ਼ਾ ਦੇ ਵੱਲ ਚੱਲ ਗਿਆ। ਊਰਮ ਧੂਰਮ ਉੱਤਰ ਮਾਹੀ। ਜਿਹੜਾ ਊਰਮ ਤੇ ਧੂਰਮ ਜਿਹੜਾ ਹੈ ਇਹ ਉੱਤਰ ਦਿਸ਼ਾ ਦੇ ਵਿੱਚ ਦੌੜ ਗਿਆ, ਭੱਜ ਗਿਆ। ਦਛਨ ਬੀਚ ਮਛੰਦਰ ਜਾ। ਜਿਹੜਾ ਮਛਿੰਦਰਨਾਥ ਹੈ ਉਹ ਦੱਖਣ ਦੀ ਦਿਸ਼ਾ ਦੇ ਵਿੱਚ ਚੱਲ ਗਿਆ, ਦੌੜ ਗਿਆ, ਛੁਪ ਗਿਆ। ਪਾਵਕ ਕੂਨ ਕਨਕ ਸਿੱਧ ਗਇਓ। ਇਹ ਤਾਂ ਪਿਆਰਿਓ 4 ਜਿਹੜੀਆਂ ਦਿਸ਼ਾਵਾਂ ਹਨ, ਇਹ 4 ਦਿਸ਼ਾਵਾਂ ਤੋਂ ਉਪ 4 ਦਿਸ਼ਾਵਾਂ ਹਨ, ਜਿਹਨੂੰ ਆਪਾਂ ਕਹਿੰਦੇ ਨਾ ਪੂਰਬ ਦੱਖਣ। ਦੱਖਣ ਤੇ ਪੂਰਬ ਦੇ ਵਿਚਕਾਰ ਦਾ ਜੋ ਇਲਾਕਾ ਜਿਹੜਾ ਹੈ, ਪਾਵਕ ਕੌਣ, ਕਨਕ ਸਿੱਧ ਗਇਓ। ਜਿਹਦਾ ਨਾਮ ਕਨਕ ਸਿੱਧ ਹੈ ਉਹ ਜਿਹੜਾ ਹੈ ਪੂਰਬ ਦੱਛਣ ਦੇ ਵੱਲ ਗਿਆ, ਛੁਪ ਗਿਆ। ਲੰਗਰ ਬਾਇਵ ਵਿਖੇ ਸਿੱਧਿਓ। ਜਿਹੜਾ ਲੰਗਰਨਾਥ ਹੈ, ਜਿਹਦਾ ਨਾਮ ਲੰਗਰਨਾਥ ਕਰਕੇ ਬਹੁਤ ਜ਼ਿਆਦਾ ਪ੍ਰਚਲਿਤ ਹੈ, ਉਹ ਪੱਛਮ ਉੱਤਰ ਜਿਹੜਾ ਹੈ, ਪੱਛਮ ਤੇ ਉੱਤਰ ਦੇ ਵਿਚਕਾਰਲਾ ਜੋ ਇਲਾਕਾ ਹੈ, ਇਹਨਾਂ ਦੋਵਾਂ ਦਿਸ਼ਾਵਾਂ ਦੇ ਵਿੱਚ ਜੋ ਵਿਚਕਾਰ ਦੀ ਦਿਸ਼ਾ ਹੈ ਉਹਦੇ ਵਿੱਚ ਪੱਛਮ ਉੱਤਰ, ਜਿਹਨੂੰ ਪੱਛਮੋਤਰ ਵੀ ਇਹਨੂੰ ਕਹਿੰਦੇ ਹਨ, ਉਹ ਦਿਸ਼ਾ ਦੇ ਵਿੱਚ ਇਹ ਜਾ ਕਰਕੇ ਲੁਕ ਗਿਆ। ਨੈਰਤ ਮਾਹੀ ਝੰਗਰ ਪਿਆਨਾ। ਅੱਗੇ ਬਚਨ ਕਰਦੇ ਹਨ ਕਿ ਦੱਖਣ ਪੱਛਮ ਦੇ ਵੱਲ ਜਿਹੜਾ ਹੈ ਝੰਗਰਨਾਥ ਉਹਨੇ ਪਿਆਨਾ ਕਰਨਾ ਕੀਤਾ। ਗੌਨ ਗੁਆਲ ਪਹੁੰਚਿਓ ਈਸ਼ਾਨਾ। ਤੇ ਈਸ਼ਾਨ ਜਿਹੜਾ ਗੌਨ ਗੁਆਲ ਇਹ ਵੀ ਇੱਕ ਜੋਗੀ ਦਾ ਨਾਮ ਹੈ। ਇਹ ਜਿਹੜਾ ਪੂਰਬੋਤਰ ਦੇ ਇਲਾਕੇ ਦੇ ਵਿੱਚ ਜਾ ਕਰਕੇ ਛੁਪ ਗਿਆ ਹੈ। ਕਿਤਿਕ ਪਤਾਲ ਦੁਰੇ ਹੈ ਜਾਏ। ਇਸ ਤਰ੍ਹਾਂ ਹੁਣ ਕਈ ਜੋਗੀ, ਇਹ ਤਾਂ ਪਿਆਰਿਓ 8 ਦਿਸ਼ਾਵਾਂ ਹੋ ਗਈਆਂ। 4 ਮੂਲ ਦਿਸ਼ਾ, ਉੱਤਰ, ਦੱਖਣ, ਪੂਰਬ ਤੇ ਪੱਛਮ, ਤੇ ਇਹਨਾਂ 4 ਦਿਸ਼ਾਵਾਂ ਦੇ ਵਿਚਕਾਰ ਜਿਹੜੀ ਹੈ ਉਪ ਦਿਸ਼ਾ, ਇਹ ਪੂਰਾ ਜੁਮਲਾ ਕਰ ਲਿਓ, 8 ਇਹਨਾਂ ਦੀ ਗਿਣਤੀ ਬਣਦੀ ਹੈ। ਹੁਣ 2 ਜੋ ਹਨ, ਇੱਕ ਤਾਂ ਪਤਾਲ ਹੈ ਤੇ ਇੱਕ ਆਕਾਸ਼ ਹੈ। ਇਹ ਤੋਂ ਇਲਾਵਾ ਕਈ ਜਿਹੜੇ ਜੋਗੀ ਬਚ ਗਏ, ਕਈ ਜਿਹੜੇ ਪਤਾਲ ਲੋਕ ਦੇ ਵਿੱਚ ਚੱਲ ਗਏ, ਉੱਥੇ ਜਾ ਕਰਕੇ ਲੁਕਣਾ ਕੀਤਾ। ਕੇਤਿਕ ਬੀਚ ਆਕਾਸ਼ ਉਡਾਈ। ਕਈ ਜਿਹੜੇ ਹਨ ਉਹ ਆਕਾਸ਼ ਦੇ ਵਿੱਚ ਜਾ ਕਰਕੇ ਉਡਾਰੀ ਮਾਰ ਗਏ, ਆਕਾਸ਼ ਮੰਡਲ ਦੇ ਵਿੱਚ ਜਾ ਕਰਕੇ ਛੁਪ ਗਏ। ਦੋਹਰਾ ਗਮਨ ਕੀਨ 10 ਦਿਸ਼ਾ ਮੈਂ ਹੈ, ਤਿਨ ਕੀ ਗਤ ਪ੍ਰਭ ਜਾਨ। ਇਸ ਤਰ੍ਹਾਂ ਇਹ ਸਾਰੇ ਜੋਗੀ ਲੋਕ ਜਿਹੜੇ ਸਾਰੇ ਦੌੜ ਗਏ, ਲੁਕ ਛੁਪ ਗਏ। ਹੁਣ ਦੂਜੇ ਪਾਸੇ ਅੰਤਰਜਾਮੀ ਸਤਿਗੁਰੂ ਮਹਾਰਾਜ ਜੀ ਨੇ ਅੰਤਰਜਾਮਤਾ ਦੇ ਨਾਲ ਜਦੋਂ ਤੱਕਣਾ ਕੀਤਾ, ਵੇਖਣਾ ਕੀਤਾ, ਮਹਾਰਾਜ ਜੀ ਨੂੰ ਪਤਾ ਚੱਲ ਗਿਆ ਇਹ ਸਾਰੇ ਜੋਗੀ ਲੋਕ ਜਿਹੜੇ 10 ਦਿਸ਼ਾਵਾਂ ਦੇ ਵਿੱਚ ਚੱਲ ਗਏ, ਦੌੜ ਗਏ। ਤਬ ਸਰੂਪ ਤੇ ਤਰੇ ਜੇ ਤੇ ਸਿੱਧ ਦੁਰਾ। ਹੁਣ ਸਤਿਗੁਰੂ ਮਹਾਰਾਜ ਜੀ ਨੇ ਕੀ ਕਰਨਾ ਕੀਤਾ, ਕਿਉਂਕਿ ਇਹਨਾਂ ਨੇ ਕੀ ਵਿਉਂਤ ਬਣਾਈ ਸੀ, ਸਤਿਗੁਰੂ ਮਹਾਰਾਜ ਜੀ ਨੂੰ ਇਹ ਫਸਾਉਣਾ ਚਾਹੁੰਦੇ ਸਨ। ਜੇ ਮੰਨ ਲਿਆ ਜਾਵੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਖਣ ਦੀ ਦਿਸ਼ਾ ਵੱਲ ਜਾਂਦੇ ਤੇ ਦੱਖਣ ਦੇ ਵਿੱਚ ਜਿਹੜਾ ਜੋਗੀ ਗਿਆ ਉਹਨੂੰ ਲੈ ਕਰਕੇ ਜਦੋਂ ਤੱਕ ਆਉਂਦੇ, ਉਹਨੂੰ ਲਿਆ ਕਰਕੇ ਰੱਖਣਾ, ਫਿਰ ਮਹਾਰਾਜ ਪੱਛਮ ਦੇ ਵੱਲ ਜਾਣਗੇ, ਉਹਦੇ ਤੱਕ ਕੀ ਹੋਏਗਾ, ਦੱਖਣ ਦੇ ਵਿੱਚੋਂ ਜਿਹੜਾ ਜੋਗੀ ਨੂੰ ਕੱਢਿਆ ਉਹਨੇ ਔਰ ਦੂਜੇ ਪਾਸੇ ਭੱਜ ਜਾਣਾ। ਇਸ ਤਰ੍ਹਾਂ ਮਹਾਰਾਜ ਜੀ ਦੇ ਹੱਥ ਨਹੀਂ ਲੱਗਣਾ ਹੈ ਤੇ ਅਖੀਰ ਨੂੰ ਮਹਾਰਾਜ ਜੀ ਨੇ ਹਾਰ ਮੰਨ ਲੈਣੀ ਹੈ, ਕਹਿਣਾ ਜੋਗੀਓ ਮੈਂ ਹਾਰ ਗਿਆ ਹਾਂ। ਕਿਉਂਕਿ ਇੱਕ ਬੰਦਾ ਪਿਆਰਿਓ ਇੱਕ ਸਾਥ, ਇੱਕ ਜਾਂ ਕੋਈ ਬੰਦੇ ਇੱਕ ਸਾਥ ਇੱਕ ਥਾਂ ਤੇ ਛੁਪੇ ਹੋਏ ਹੋਣ,
ਉਹਨਾਂ ਨੂੰ ਆਪਾਂ ਫੜ ਕੇ ਲਿਆ ਸਕਦੇ ਆ। ਲੇਕਿਨ ਕੋਈ ਬੰਦਾ ਸੱਜੇ ਖੱਬੇ ਚੱਲ ਜਾਵੇ, ਇੱਕ ਨੂੰ ਫੜ ਕੇ ਲੈ ਕੇ ਆਓ, ਦੂਜਾ ਦੂਜੇ ਪਾਸੇ ਦੌੜ ਜਾਂਦਾ। ਇਸ ਤਰ੍ਹਾਂ ਇਹਨਾਂ ਨੇ ਚਾਲ ਚੱਲਣੀ ਕੀਤੀ ਹੈ। ਲੇਕਿਨ ਪਿਆਰਿਓ, ਕਈ ਵਾਰੀ ਬੰਦਾ ਜਿਹੜਾ ਹੈ ਉਹ ਚਾਲ ਤਾਂ ਬਹੁਤ ਜ਼ਿਆਦਾ ਚਲਾਉਂਦਾ ਹੈ। ਬੇਸ਼ੱਕ ਕਈ ਬੰਦਿਆਂ ਦੀ ਚਾਲ ਜਿਹੜੀ ਹੈ ਸੰਸਾਰ ਦੇ ਵਿੱਚ ਕਾਮਯਾਬ ਵੀ ਹੋ ਜਾਂਦੀ ਹੈ। ਕਈਆਂ ਦੀਆਂ ਚਾਲਾਂ ਪਿਆਰਿਓ ਚੱਲ ਜਾਂਦੀਆਂ, ਆਪਾਂ ਵੀ ਕਹਿੰਦੇ ਆ ਲਓ ਜੀ ਫਲਾਣੇ ਨੇ ਚਾਲ ਚਲੀ, ਉਹਦੀ ਚਾਲ ਸਕਸੈਸ ਹੋ ਗਈ ਹੈ, ਕਾਮਯਾਬ ਹੋ ਗਈ। ਲੇਕਿਨ ਪਿਆਰਿਓ, ਗੁਰੂ ਦੇ ਅੱਗੇ ਸਾਰਿਆਂ ਦੀ ਚਾਲ ਜਿਹੜੀ ਹੈ ਵਿਫਲ ਆ ਜਾਂਦੀ ਹੈ। ਜੇ ਕਈ ਵਾਰੀ ਮਹਾਰਾਜ ਵੀ ਇਹ ਨਜ਼ਾਰਾ ਤੱਕਦੇ ਵੇਖਦੇ ਕਿ ਚਲੋ ਭਾਈ ਇਹਨਾਂ ਨੂੰ ਆਪਣਾ ਕਰ ਲੈਣ ਦਿਓ। ਲੇਕਿਨ ਜਦੋਂ ਪਰਮਾਤਮਾ ਦਾ, ਗੁਰੂ ਦਾ ਪਾਸਾ ਪਲਟਦਾ, ਜਦੋਂ ਗੁਰੂ ਆਪਣੇ ਚਾਲ ਚੱਲਦਾ ਨਾ, ਤੇ ਸਾਰਿਆਂ ਦੀਆਂ ਚਾਲਾਂ ਜਿਹੜੀਆਂ ਹਨ ਫੇਲ ਹੋ ਜਾਂਦੀਆਂ। ਇਹ ਚਾਹੁੰਦੇ ਸੀ ਨਾ ਕਿ ਮਹਾਰਾਜ ਜੀ ਨੂੰ ਚਾਲ ਚੱਲ ਕਰਕੇ ਆਪਾਂ ਫਸਾ ਲਈਏ। ਲੇਕਿਨ ਸਤਿਗੁਰੂ ਮਹਾਰਾਜ ਜੀ ਨੇ ਕੀ ਕਰਨਾ ਕੀਤਾ, ਜਿੰਨੇ ਇਹ ਸਿੱਧ ਦਸਾਂ ਦਿਸ਼ਾਵਾਂ ਦੇ ਵਿੱਚ ਲੁਕ ਗਏ, ਛੁਪ ਗਏ, ਸਤਿਗੁਰੂ ਮਹਾਰਾਜ ਜੀ ਨੇ ਉਹਨੇ ਆਪਣੇ ਸਰੀਰ ਨੂੰ, ਗੁਪਤ ਦੇਹੀ ਨੂੰ ਧਾਰਨ ਕਰਨਾ ਕੀਤਾ ਹੈ। ਚੌਪਈ ਮੰਗਲਨਾਥ ਆਦਿ ਸ਼ੁਭ ਜੇਤੇ। ਮੰਗਲਨਾਥ ਆਦਿਕ, ਕਿਉਂਕਿ ਮੰਗਲਨਾਥ ਗੁਰੂ ਘਰ ਦਾ ਪ੍ਰੇਮੀ ਹੈ, ਸਤਿਗੁਰੂ ਮਹਾਰਾਜ ਜੀ ਦਾ ਸਿੱਖ ਹੈ। ਇਹ ਜਿਹੜਾ ਪਿਆਰਿਓ ਪ੍ਰਸੰਗ ਚੱਲ ਰਿਹਾ ਨਾ, ਮਤਾ ਕਿਤੇ ਇਹਨੂੰ ਆਪਾਂ ਸਰੀਰ ਦੀ ਦ੍ਰਿਸ਼ਟੀ ਦੇ ਨਾਲ, ਅਸਥੂਲ ਦ੍ਰਿਸ਼ਟੀ ਦੇ ਨਾਲ ਆਪਾਂ ਇਹਨੂੰ ਵੇਖਣ ਦਾ ਯਤਨ ਕਰਨਾ ਕਰੀਏ। ਇਹ ਜੋ ਲੜਾਈ ਹੋ ਰਹੀ ਨਾ, ਸੂਖਸ਼ਮ ਸਰੀਰ ਜਿਹੜਾ ਹੈ, ਆਤਮਿਕ ਸਰੀਰ ਜਿਹੜਾ ਹੁੰਦਾ ਅੰਦਰ ਦਾ ਸੂਖਸ਼ਮ ਸਰੀਰ ਆ, ਉਹਦੀ ਗੱਲ ਚੱਲ ਰਹੀ ਹੈ। ਇਸ ਤਰ੍ਹਾਂ ਨਹੀਂ ਹੈ ਕਿ ਇੱਕ ਅਸਥੂਲ ਸਰੀਰ ਦੇ ਵਿੱਚੋਂ ਕਈ ਅਸਥੂਲ ਸਰੀਰ ਬਣ ਜਾਂਦੇ। ਨਹੀਂ ਪਿਆਰਿਓ, ਇਸ ਤਰ੍ਹਾਂ ਨਹੀਂ। ਇਹ ਮਹਾਰਾਜ ਜੀ, ਇਹ ਲੜਾਈ ਜਿਹੜੀ ਹੈ ਸੂਖਮ ਤੌਰ ਤੇ ਚੱਲ ਰਹੀ ਹੈ। ਆਤਮਿਕ ਤੌਰ ਤੇ ਇਹ ਲੁਕ ਗਏ, ਛੁਪ ਗਏ, ਤੇ ਸਤਿਗੁਰੂ ਮਹਾਰਾਜ ਵੀ ਆਤਮਿਕ ਤੌਰ ਤੇ ਜਾ ਕਰਕੇ ਉਹਨਾਂ ਨੂੰ ਫੜ ਕੇ ਲੈ ਕੇ ਆਉਣਾ। ਹੁਣ ਭਾਈ ਮੰਗਲਨਾਥ ਆਦਿਕ ਠਾਂਢੇ ਕੌਤਕ ਦੇਖੇ ਤੇ ਉਹਨਾਂ ਨੇ ਕਹਿ ਦਿੱਤਾ ਕਿ ਭਾਈ ਜੋਗੀਓ, ਜਿੰਨਾ ਮਰਜੀ ਜੋਰ ਲਾ ਲਿਓ, ਅਸੀਂ ਤੁਹਾਡੇ ਖੇਲ ਵਿੱਚ ਨਹੀਂ ਆਉਣਾ ਹੈ। ਅਸੀਂ ਤਾਂ ਸਤਿਗੁਰੂ ਮਹਾਰਾਜ ਜੀ ਦੇ ਮੁਰੀਦ ਆ, ਅਸੀਂ ਇਹ ਤਮਾਸ਼ਾ ਵੇਖਣਾ ਹੈ। ਜਹ ਜਹ ਛਪਨ ਕੀਨ ਤਿਨ ਧਾਏ। ਜਿੱਥੇ ਜਿੱਥੇ ਇਹਨਾਂ ਨੇ ਸੁਪਨਾ ਕੀਤਾ, ਮੂਛਨ ਗਈ ਸਭਨ ਕੀ ਜਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਹਨੇ ਸਰੂਪ ਧਾਰਨ ਕਰਕੇ, ਜਿਹੜਾ ਦੱਖਣ ਨੂੰ ਗਿਆ, ਦੱਛਣ ਪੱਛਮ ਦੇ ਵਿੱਚ ਚੱਲ ਗਿਆ, ਪੂਰਬੋਤਰ ਪ੍ਰਾਂਤ ਦੇ ਵਿੱਚ ਚੱਲ ਗਿਆ, ਜਿਹੜੀ ਦਿਸ਼ਾ ਦੇ ਵਿੱਚ ਜਿਹੜਾ ਜੋਗੀ ਗਿਆ ਨਾ, ਸਤਿਗੁਰੂ ਮਹਾਰਾਜ ਜੀ ਉੱਥੇ ਉੱਥੇ ਪਹੁੰਚ ਕਰਕੇ ਉਹਨਾਂ ਨੂੰ ਜਿਹੜਾ ਮੂਸ਼ਨ ਦਾ ਭਾਵ ਜਿਹੜਾ ਹੈ ਮਸ਼ਕਾਂ ਤੋਂ ਫੜ ਕਰਕੇ, ਭਾਵ ਕਿ ਕੋਈ ਬੰਦਾ ਉਹਨੂੰ ਇਹ ਹੱਥ ਇਹਦੇ ਪਿੱਛੇ ਇਹ ਕਰ ਦਿਓ, ਤੇ ਉਹਨੂੰ ਕਹਿੰਦੇ ਕਿ ਭਈ ਮਸ਼ਕਾਂ ਚਾੜਨੀਆਂ, ਤੇ ਉਹਨਾਂ ਦੇ ਹੱਥ ਪਿੱਛੇ ਬੰਦ ਕਰਕੇ ਸਤਿਗੁਰੂ ਮਹਾਰਾਜ ਉਹਨੇ ਸਰੂਪ ਧਾਰਨ ਕਰਕੇ ਜਿੱਥੇ ਜਿੱਥੇ ਜੋਗੀ ਲੁਕੇ ਸਨ ਦਸਾਂ ਦਿਸ਼ਾਵਾਂ ਦੇ ਵਿੱਚ, ਉੱਥੇ ਪਹੁੰਚ ਕਰਕੇ ਉਹਨਾਂ ਨੂੰ ਫੜ ਕੇ ਇੱਕ ਥਾਂ ਤੇ ਲੈ ਕੇ ਆਉਣਾ ਕੀਤਾ। ਭੰਗਰ ਲਖਿਓ ਮੋਹ ਪਸਚਾਤ। ਭੰਗਰਨਾਥ ਅੱਗੇ ਭੱਜੀ ਜਾ ਰਿਹਾ, ਦੌੜੀ। ਸ਼ੰਭੂ ਜਾਣਹਿ ਮੁਝੇ ਗਹਾ। ਸ਼ੰਭੂਨਾਥ ਦੂਜੀ ਦਿਸ਼ਾ ਦੇ ਵਿੱਚ ਗਿਆ ਹੋਇਆ, ਉਹਨੂੰ ਇਹ ਲੱਗ ਰਿਹਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਮੇਰੇ ਮਗਰ ਆ ਰਹੇ। ਝੰਗਰ ਲੰਗਰ ਇਸ ਬਿਦ ਜਾਣੀ। ਇਸ ਤਰ੍ਹਾਂ ਹੀ ਝੰਗਰਨਾਥ ਤੇ ਲੰਗਰਨਾਥ ਨੇ ਵੀ ਜਾਣਨਾ ਕੀਤਾ। ਮਮ ਢਿਗ ਹੈ ਮਾਨੀ। ਸਾਰਿਆਂ ਨੂੰ ਇਹੀ ਲੱਗਦਾ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਮੇਰੇ ਕੋਲ ਹੈ, ਮੇਰੇ ਕੋਲ ਹੈ। ਤੇ ਉਹਨਾਂ ਨੂੰ ਲੱਗਿਆ ਚਲੋ ਕੋਈ ਗੱਲ ਨਹੀਂ ਹੈ, ਮਹਾਰਾਜ ਮੈਨੂੰ ਫੜ ਕੇ ਲੈ ਕੇ ਚੱਲ ਗਏ ਤਾਂ ਕੀ ਹੋਇਆ, ਦੂਜੇ ਜੋਗੀ ਤਾਂ ਛੁਪੇ ਰਹਿਣਗੇ, ਉਹਨਾਂ ਨੂੰ ਜਦੋਂ ਤੱਕ ਫੜਨ ਵਾਸਤੇ ਜਾਣਗੇ ਉਦੋਂ ਤੱਕ ਮੈਨੇ ਫਿਰ ਦੌੜ ਜਾਣਾ ਹੈ, ਭੱਜ ਜਾਣਾ ਹੈ। ਉਤੇ ਸਿੱਧ ਜੇ ਦੁਰਨਿਹਾਰੇ। ਇਸ ਤਰ੍ਹਾਂ ਜਿੰਨੇ ਵੀ ਸਿੱਧ ਜਿਹੜੇ ਲੁਕੇ ਛੁਪੇ ਹੋਏ ਸਨ, ਸਭ ਨੇ ਆਪਣੇ ਨਿਕਟ ਨਿਹਾਰੇ। ਸਾਰਿਆਂ ਨੇ ਪਿਆਰਿਓ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਆਪਣੇ ਨਿਕਟ ਵੇਖਣਾ ਕੀਤਾ। ਤਨ ਅਨੇਕ ਤਰ ਤਿਨ ਕੋ ਤੂਰਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਹਨਾਂ ਨੂੰ ਫਿਰ ਤੁਰੰਤ ਫੜ ਕਰਕੇ ਮਹਾਰਾਜ ਨੇ ਕਿਹਾ ਨਾ, ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਏੜਾ ਮੇਰਾ ਸਾਜਨੜਾ, ਜਾਨੀ ਅੜਾ ਹਰ ਜਾਨੀ ਅੜਾ, ਨੈਣ ਅਲੋਇਆ ਹਰ ਜਾਨੀ ਅੜਾ, ਕਿ ਮੇਰਾ ਸਾਜਨ ਮੇਰੇ ਨਾਲ ਹੀ ਹੈ। ਜਿਸ ਤਰ੍ਹਾਂ ਇਹ ਪਰਮ ਅਵਸਥਾ ਨਾਲ, ਇਸ ਤਰ੍ਹਾਂ ਸਾਰੇ ਸਿੱਧਾਂ ਨੂੰ ਲੱਗਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਮੇਰੇ ਨਾਲ, ਗੁਰੂ ਨਾਨਕ ਦੇਵ ਜੀ ਮੇਰੇ ਨਾਲ ਹਨ।
ਇਸ ਤਰ੍ਹਾਂ ਸਾਰਿਆਂ ਨੂੰ ਫੜ ਕੇ ਮਹਾਰਾਜ ਜੀ ਇਹਨਾਂ ਨੂੰ ਇੱਕ ਥਾਂ ਤੇ ਲੈ ਕੇ ਆਏ। ਪਕਰੇ ਜਾਏ ਪ੍ਰਭੂ ਗੁਣ ਪੂਰਨ, ਪੂਰੇ ਗੁਰੂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਹਨਾਂ ਨੂੰ ਫੜਨਾ ਕੀਤਾ। ਦੋਹਰਾ ਮੂਸ਼ਨ ਤੇ ਗਹਿ ਕਰ ਸਰਬ, ਕੀਨੇ ਇਕ ਥਲਸੋ। ਇਹਨਾਂ ਦੀਆਂ ਮਸ਼ਕਾਂ ਚਾੜ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਸਾਰੇ ਜੋਗੀਆਂ ਨੂੰ ਇੱਕ ਥਾਂ ਤੇ ਇਕੱਤਰ ਕਰਨਾ ਕੀਤਾ। ਨਿਰਬਲ ਭੈ ਤੂਸ਼ਨ ਪਏ, ਤਿਸਤੇ ਲੱਜਤ ਹੋ। ਹੁਣ ਪਿਆਰਿਓ ਨਿਰਬਲ ਹੋ ਗਏ ਹਨ, ਕੋਈ ਬਲ ਨਹੀਂ ਰਿਹਾ। ਹੁਣ ਚੁੱਪ ਹੋ ਗਏ, ਕੋਈ ਬੋਲ ਵੀ ਨਹੀਂ ਆ ਰਿਹਾ। ਪਹਿਲੇ ਬੜੇ ਭੌਂਕਦੇ ਸੀ ਨਾ, ਮਹਾਰਾਜ ਨੂੰ ਕਹਿੰਦੇ ਕਿ ਮਹਾਰਾਜ ਕਰਾਮਾਤ ਦਿਖਾਓ, ਸ਼ਕਤੀ ਦਿਖਾਓ, ਇੰਜ ਕਰੋ ਉਂਝ ਕਰੋ। ਲੇਕਿਨ ਹੁਣ ਇਹਨਾਂ ਦੀ ਸ਼ਕਤੀ ਜਦੋਂ ਫੇਲ ਹੋ ਗਈ, ਮਹਾਰਾਜ ਜੀ ਨੇ ਇਹਨਾਂ ਨੂੰ ਫੜ ਕੇ ਲੈ ਕੇ ਆਉਣਾ ਕੀਤਾ। ਹੁਣ ਅੱਗੋਂ ਕੋਈ ਜਵਾਬ ਨਹੀਂ ਆਉਂਦਾ, ਇੱਕਦਮ ਚੁੱਪ ਹੋ ਗਏ, ਮੌਨੀ ਬਣ ਕੇ ਬੈਠ ਗਏ। ਚੌਪਈ ਸ੍ਰੀ ਪ੍ਰਭੂ 300 ਬਚਨ ਅਲਾਏ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਹਨਾਂ ਦੇ ਪ੍ਰਤੀ ਬਚਨ ਉਚਾਰਨ ਕੀਤਾ। ਤੁਮ ਖੋ ਜਾਓ ਮੈਂ ਦੁਰ ਹੂੰ ਜਾਏ। ਸਤਿਗੁਰੂ ਜੀ ਕਹਿਣ ਲੱਗੇ ਇਹ ਤਾਂ ਅੱਧੀ ਖੇਲ ਹੋਈ ਹੈ ਭਾਈ, ਕਿਉਂਕਿ ਤੁਸਾਂ ਨੇ ਕਿਹਾ ਨਾ ਮਹਾਰਾਜ ਅਸੀਂ ਛੁਪਾਂਗੇ, ਤੁਸੀਂ ਫੜ ਕੇ ਲੈ ਕੇ ਆਓ। ਇਹ ਤਾਂ ਕੰਮ ਅਸਾਂ ਨੇ ਕਰ ਦਿੱਤਾ, ਹੁਣ ਅਸੀਂ ਛੁਪ ਜਾਵਾਂਗੇ ਤੇ ਹੁਣ ਤੁਸੀਂ ਸਾਰੇ ਸਿੱਧ। ਇਹ ਨਹੀਂ ਕਹਿੰਦਾ ਮੈਂ ਤਾਂ ਭਾਈ ਕੱਲਮ ਕੱਲਾ ਹਾਂ, ਇਹ ਨਹੀਂ ਹੈ ਕਿ ਭਾਈ ਤੁਹਾਡੇ ਵਿੱਚੋਂ ਇੱਕ ਸਿੱਧ ਨਹੀਂ, ਤੁਸੀਂ ਸਾਰੇ ਸਿੱਧ ਜਾ ਕਰਕੇ ਭਾਲਣਾ ਕਰੋ, ਲੱਭਣਾ ਕਰੋ। ਲੇਕਿਨ ਮੈਂ ਛੁਪ ਜਾਵਾਂਗਾ, ਮੈਨੂੰ ਫੜ ਕੇ ਲੈ ਕੇ ਆਓ। ਜੇ ਨਹਿ ਪਾਵਾਂ ਇਸ ਬਿਦ ਕਰੀਏ। ਫਿਰ ਵੀ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਸਿੱਧੋ ਯਤਨ ਕਰੋ ਆਪਣਾ, ਲੇਕਿਨ ਯਤਨ ਕਰ ਕਰਕੇ ਜਦੋਂ ਤੁਸੀਂ ਥੱਕ ਜਾਓਗੇ, ਹਾਰ ਜਾਓਗੇ, ਫਿਰ ਵੀ ਜਦੋਂ ਸਾਡੀ ਪ੍ਰਾਪਤੀ ਨਹੀਂ ਹੋਵੇਗੀ ਨਾ, ਤਾਂ ਇੰਜ ਤੁਸੀਂ ਕਰਨਾ ਕਰੋ। ਲੈ ਟਕਾ ਅਰਦਾਸ ਉਚਰੀ। ਇੱਕ ਟਕਾ ਜਿਹੜੀ ਹੈ ਮਾਇਆ, ਇੱਕ ਟਕਾ ਲੈ ਕਰਕੇ ਉਹ ਧਰਤੀ ਤੇ ਰੱਖ ਕਰਕੇ ਅਰਦਾਸ ਕਰਨਾ ਕਰੋ, ਪਰਮਾਤਮਾ ਦੇ ਅੱਗੇ ਬੇਨਤੀ ਕਰਨਾ ਕਰੋ। ਜਬ ਸਿਰ ਲਾਵੋਂਗੇ ਧਰਨਾ। ਜਦੋਂ ਭੇਟਾ ਚੜਾ ਕਰਕੇ ਅਰਦਾਸ ਕਰਕੇ ਜਦੋਂ ਮੱਥਾ ਟੇਕੋਗੇ ਨਾ, ਧਰਤੀ ਦੇ ਉੱਤੇ ਆਪਣਾ ਸਿਰ ਰਗੜੋਗੇ। ਦੇਵ ਦਰਸ ਤੁਮਕੋ ਤਤਕਾਲ। ਬਸ ਤਤਕਾਲ ਅਸੀਂ ਤੁਹਾਡੇ ਅੱਗੇ ਮੌਜੂਦ ਹੋ ਜਾਣਾ, ਤੁਹਾਨੂੰ ਆ ਕਰਕੇ ਦਰਸ਼ਨ ਦੇਣਾ। ਪਹਿਲੇ ਤਾਂ ਤੁਸੀਂ ਖੋਜੋ, ਲੱਭਣਾ ਕਰੋ। ਜੇ ਸਾਡੀ ਪ੍ਰਾਪਤੀ ਨਹੀਂ ਹੋਵੇਗੀ, ਇੰਜ ਜਦੋਂ ਅਰਦਾਸ ਬੇਨਤੀ ਕਰੋਗੇ ਤਾਂ ਤਤਕਾਲ ਤੁਹਾਡੇ ਅੱਗੇ ਅਸਾਂ ਨੇ ਪ੍ਰਗਟ ਹੋ ਜਾਣਾ। ਅਸ ਕਹੇ ਪੰਜ ਤਤ ਕੇ ਮਾਹੀ। ਇਸ ਤਰ੍ਹਾਂ ਕਹਿ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਂਚ ਤਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ, ਜਹ ਤੇ ਉਪਜਿਓ ਨਾਨਕਾ, ਲੀਨ ਤਾਹੇ ਮੈਂ ਮਾਨ। ਜਦੋਂ ਬੰਦਾ ਪਿਆਰਿਓ ਮਰਦਾ ਨਾ, ਮਰਨ ਤੋਂ ਬਾਅਦ ਜਦੋਂ ਆਪਾਂ ਉਹਦਾ ਸੰਸਕਾਰ ਦਾ ਸੰਸਕਾਰ ਕਰਨਾ ਕਰੋ, ਭਾਵੇਂ ਪਾਣੀ ਦੇ ਵਿੱਚ ਉਹਨੂੰ ਰੋੜ ਦਿਓ, ਮਿੱਟੀ ਦੇ ਵਿੱਚ ਉਹਨੂੰ ਗੜ ਦਿਓ। ਇਹ ਪੰਜ ਤੱਤ ਜਿਹੜੇ ਹਨ ਮਹਾਰਾਜ ਜੀ ਦਾ ਇਹ ਬਚਨ ਹੈ, ਇਹ ਜਹ ਤੇ ਉਪਜਿਓ ਨਾਨਕਾ, ਲੀਨ ਤਾਹੇ ਮੈਂ ਮਾਨ। ਜੇਥੋਂ ਪਿਆਰਿਓ ਇਹ ਤੱਤ ਆਏ ਨਾ, ਨਾਨਕ ਤੱਤ ਸਿਉ ਮਿਲਿਆ। ਇਹ ਤੱਤ ਜਿਹੜੇ ਹਨ ਉਹਨਾਂ ਤੱਤਾਂ ਦੇ ਵਿੱਚ ਮਿਲ ਜਾਂਦੇ ਹਨ। ਪਵਨੈ ਮਹਿ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ। ਮਾਟੀ ਮਾਟੀ ਹੋਈ ਏਕ, ਰੋਵਨ ਹਾਰੈ ਕੀ ਕਵਨ ਟੇਕ। ਇਹ ਜੋ ਅਵਸਥਾ ਹੁੰਦੀ ਹੈ ਤੇ ਮਰਨ ਤੋਂ ਬਾਅਦ ਤੱਤਾਂ ਦੇ ਵਿੱਚ ਬੰਦਾ ਤੱਤ ਵਿੱਚ ਸਮਾ ਜਾਂਦਾ। ਸਤਿਗੁਰੂ ਮਹਾਰਾਜ ਜੀ ਨੇ ਵੀ ਪਿਆਰਿਓ ਇਹ ਕਰਨਾ ਕੀਤਾ। ਜਿਹੜੇ ਪੰਜ ਤੱਤ ਦੀ ਦੇਹੀ ਜਿਹੜੀ ਸੀ ਨਾ ਸਤਿਗੁਰੂ ਮਹਾਰਾਜ ਜੀ ਦੀ, ਮਹਾਰਾਜ ਜੀ ਨੇ ਪੰਜ ਤੱਤਾਂ ਦੀ ਦੇਹੀ ਨੂੰ ਪੰਜ ਤੱਤਾਂ ਦੇ ਵਿੱਚ ਵਿਲੀਨ ਕਰ ਦਿੱਤਾ ਹੈ। ਦੇਹ ਮਿਲਾਏ ਦੀਨ ਛਿਨ ਤਾਹੀ। ਇੱਕ ਛਿਣ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਤੱਤਾਂ ਵਿੱਚ ਤੱਤ ਮਿਲਾ ਦਿੱਤੇ। ਅੰਸ਼ ਲੀਨ ਹੋਇਓ ਕਰਤਾਰਾ। ਤੇ ਅੰਸ਼ ਜਿਹੜਾ ਹੈ ਜੋਤੀ ਮੈਂ ਜੋਤ ਰਲ ਜਾਇਆ, ਜੋ ਕਿਹਾ ਨਾ ਜੋਤੀ ਫਿਰ ਜੋਤ ਵਿੱਚ ਰਲ ਜਾਂਦੀ ਹੈ। ਉਹ ਅੰਸ਼ ਜਿਹੜੀ ਜੋਤ ਜਿਹੜੀ ਹੈ ਪਰਮ ਜੋਤ ਦੇ ਨਾਲ ਮਹਾਰਾਜ ਜੀ ਨੇ, ਇਹ ਸੰਪੂਰਨਤਾ ਦੀ ਅਵਸਥਾ ਹੁੰਦੀ ਹੈ। ਇਹ ਅਵਸਥਾ ਦੇ ਵਿੱਚ ਸਤਿਗੁਰੂ ਮਹਾਰਾਜ ਅਲੋਪ ਹੋ ਗਏ। ਜੇ ਸੇਵਕ ਗਤ ਦੇਵਨਹਾਰਾ। ਕਵੀ ਰਾਜੀ ਕਹਿੰਦੇ ਕਿ ਜਿਹੜੇ ਆਪਣੇ ਸੇਵਕਾਂ ਨੂੰ ਗਤੀ ਭਾਵ ਕੇ ਮੁਕਤੀ ਦੇਣ ਵਾਲੇ ਸਤਿਗੁਰੂ ਮਹਾਰਾਜ ਸਿੱਧ ਲਗੇ ਖੋਜਨ ਸਮੁਦਾਇ। ਇਸ ਤਰ੍ਹਾਂ ਜੋਤੀ ਵਿੱਚ ਜੋਤ ਰਲ ਗਈ, ਤੱਤਾਂ ਵਿੱਚ ਤੱਤ ਰਲ ਗਏ। ਹੁਣ ਦੂਜੇ ਪਾਸੇ ਇਹ ਮੂਰਖ ਸਿੱਧ ਜਿਹੜੇ ਸਤਿਗੁਰੂ ਮਹਾਰਾਜ ਜੀ ਦੀ ਭਾਲ ਕਰਦੇ ਹਨ, ਭਾਲ। ਹਾਂ, ਕੋਈ ਬੰਦਾ ਪਿਆਰਿਓ ਕਿਤੇ ਛੁਪਿਆ ਹੋਇਆ ਹੋਵੇ ਤਾਂ ਤੁਸੀਂ ਉਹਨੂੰ ਲੱਭ ਕੇ ਲੈ ਕੇ ਆ ਸਕਦੇ ਹੋ।
ਲੇਕਿਨ ਜਿਹੜਾ ਬੰਦਾ ਹੀ ਨਾ ਹੋਵੇ ਉਹਨੂੰ ਕਿੱਥੋਂ ਲੈ ਕੇ ਆਓਗੇ, ਕਿੱਥੋਂ ਪ੍ਰਗਟ ਕਰੋਗੇ? ਦਸ ਹੂੰ ਦਿਸ਼ ਮਹਿ ਗਮਨੇ ਧਾਈ। ਸਾਰੇ ਜੋਗੀ ਪਿਆਰਿਓ ਦਸਾਂ ਦਿਸ਼ਾਵਾਂ ਵਿੱਚ ਦੌੜਨ ਲੱਗੇ, ਭੱਜਣ ਲੱਗੇ, ਬੈਠੇ ਕਿਤ ਕੋ ਪਾਵਹਿ ਨਾਹੀ। ਜਾ ਕਰਕੇ ਲੱਭਦੇ ਹਨ, ਲੇਕਿਨ ਮਹਾਰਾਜ ਜੀ ਦੀ ਪ੍ਰਾਪਤੀ ਨਹੀਂ ਹੋਈ ਹੈ। ਖੋਜਤ ਫਿਰੇ ਕਠਨ ਥਲ ਮਾਹੀ। ਕਠਨ ਅਸਥਲ ਜੋ ਹਨ ਉੱਥੇ ਉੱਥੇ ਤੱਕ ਵੀ ਜਾ ਕਰਕੇ ਇਹਨਾਂ ਨੇ ਮਹਾਰਾਜ ਜੀ ਦੀ ਭਾਲ ਕਰਨੀ ਕੀਤੀ। ਕਾਨਨ ਸਰਤਾ ਸਿੰਧ ਪਹਾੜ। ਜੰਗਲਾਂ ਦੇ ਵਿੱਚ ਚੱਲ ਗਏ, ਜੋ ਨਦੀਆਂ ਹਨ ਇਹਨਾਂ ਨੂੰ ਲੱਗਦਾ ਸਤਿਗੁਰੂ ਮਹਾਰਾਜ ਸਮੁੰਦਰ ਪਾਣੀ ਦੇ ਵਿੱਚ ਤਾਂ ਨਹੀਂ ਵੜ ਕੇ ਬੈਠੇ ਹਨ। ਉਥੇ ਵੀ ਲੱਭਣਾ ਕੀਤਾ, ਪਹਾੜਾਂ ਦੇ ਵਿੱਚ ਵੀ ਲੱਭ ਕੇ ਆਏ। ਬੀਚ ਗੁਫਾ ਜਹ ਬੜੋ ਅੰਧਾਰ। ਜਿੱਥੇ ਵੱਡੀਆਂ ਵੱਡੀਆਂ ਗੁਫਾਵਾਂ ਹਨ, ਜਿੱਥੇ ਸੂਰਜ ਦਾ ਪ੍ਰਕਾਸ਼ ਕਦੇ ਅੰਦਰ ਪ੍ਰਵੇਸ਼ ਨਹੀਂ ਕੀਤਾ, ਉਹਨਾਂ ਗੁਫਾਵਾਂ ਦੇ ਵਿੱਚ ਵੀ ਜਾ ਕਰਕੇ ਮਹਾਰਾਜ ਜੀ ਨੂੰ ਲੱਭਣ ਦਾ ਯਤਨ ਕੀਤਾ। ਭਏ ਸ਼ਰਮਿਤ ਤਿਨ ਕਹੂੰ ਨਾ ਪਾਏ। ਇਸ ਤਰ੍ਹਾਂ ਲੱਭ ਕਰਕੇ ਥੱਕ ਗਏ, ਸ਼ਰਮਿਤ ਹੋ ਗਏ, ਲੇਕਿਨ ਮਹਾਰਾਜ ਜੀ ਦੀ ਪ੍ਰਾਪਤੀ ਨਹੀਂ ਹੋਈ ਹੈ। ਫਿਰ ਤਿਉ ਸਭ ਕੋ ਮਨ ਅਕੁਲਾਏ। ਫਿਰ ਕੇ ਜਿਸ ਤਰ੍ਹਾਂ ਕਿਹਾ ਨਾ ਮਹਾਰਾਜ ਜੀ ਨੇ, ਫਿਰਤ ਪ੍ਰਭ ਆਇਆ, ਪਰਿਆ ਤਉ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਤੇ ਜਿਸ ਤਰ੍ਹਾਂ ਜਗਿਆਸੂ ਫਿਰ ਕੇ ਆਉਂਦਾ ਨਾ ਗੁਰੂ ਕੀ ਸ਼ਰਨ ਦੇ ਵਿੱਚ, ਇਸ ਤਰ੍ਹਾਂ ਫਿਰ ਕੇ ਥੱਕ ਗਏ ਹਨ, ਹਾਰ ਗਏ ਹਨ। ਇੱਕ ਥਲ ਹੋਏ ਅਰਦਾਸ ਹੁਣ ਜਿਸ ਤਰ੍ਹਾਂ ਕਿਹਾ ਨਾ ਮਹਾਰਾਜ ਜੀ ਨੇ, ਪਰਿਆ ਤਉ ਸ਼ਰਨਾਏ, ਹੁਣ ਫਿਰ ਕਰਕੇ ਥੱਕ ਗਏ, ਹਾਰ ਗਏ, ਮਹਾਰਾਜ ਜੀ ਦੀ ਪ੍ਰਾਪਤੀ ਨਹੀਂ ਹੋਈ, ਤਾਂ ਸਤਿਗੁਰੂ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆ ਗਏ। ਕਿਉਂਕਿ ਮਹਾਰਾਜ ਜੀ ਨੇ ਆਪ ਇਹਨਾਂ ਨੂੰ ਕਿਹਾ ਸੀ ਨਾ, ਆਪਨੇ ਹਾਲੇ ਹੀ ਸਰਵਣ ਕੀਤਾ। ਮਹਾਰਾਜ ਨੇ ਕਿਹਾ, ਸਿੱਧੋ ਸਾਨੂੰ ਲੱਭਣਾ ਕਰੋ, ਜੇ ਅਸੀਂ ਮਿਲ ਗਏ ਤਾਂ ਠੀਕ ਹੈ, ਜੇ ਅਸੀਂ ਨਹੀਂ ਲੱਭਾਂਗੇ, ਨਹੀਂ ਪ੍ਰਾਪਤ ਹੋਵਾਂਗੇ, ਤਾਂ ਇੱਕ ਕੰਮ ਕਰਨਾ, ਇੱਕ ਟਕਾ ਰੱਖ ਕਰਕੇ ਸ਼ਰਧਾ ਭਾਵਨਾ ਦੇ ਨਾਲ ਅਰਦਾਸ ਕਰਨਾ ਕਰੋ, ਬੇਨਤੀ ਕਰੋ, ਸਤਿਗੁਰੂ ਮਹਾਰਾਜ ਕਿਰਪਾ ਕਰੋ, ਪ੍ਰਗਟ ਹੋ ਜਾਓ, ਸਾਨੂੰ ਦਰਸ਼ਨ ਦਿਓ। ਇਹ ਕਹਿ ਕਰਕੇ ਧਰਤੀ ਤੇ ਮੱਥਾ ਟੇਕੋਗੇ ਤੇ ਅਸੀਂ ਤੁਹਾਡੇ ਸਾਹਮਣੇ ਪ੍ਰਗਟ ਹੋ ਜਾਣਾ। ਹੁਣ ਮਹਾਰਾਜ ਜੀ ਦਾ ਬਚਨ ਚੇਤੇ ਆਇਆ, ਹੁਣ ਅਰਦਾਸ ਕਰਨ ਲੱਗੇ। ਨਮਸਕਾਰ ਹਿਤ ਗਰੀਬ ਨਿਵਾਜ। ਜਦੋਂ ਅਰਦਾਸ ਬੇਨਤੀ ਕਰਕੇ ਆਪਣੀ ਗਰੀਬ, ਆਪਣਾ ਸਿਰ ਜਦੋਂ ਧਰਤੀ ਤੇ ਨਿਵਾਉਣਾ ਕੀਤਾ, ਦੈਸ਼ਨ ਪ੍ਰਗਟੇ ਤੁਰਤ ਗੁਸਾਈ। ਤੁਰੰਤ ਪਿਆਰਿਓ ਸਤਿਗੁਰੂ ਉੱਥੇ ਪਿਆਰਿਓ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਪ੍ਰਗਟ ਹੋ ਗਏ ਹਨ। ਅਸਲ ਦੇ ਵਿੱਚ ਕਹਿੰਦੇ ਨਾ ਕਿਸੇ ਭਗਤ ਦਾ ਇਹ ਬਚਨ ਹੈ, ਉਹਨੇ ਕਿਹਾ ਕਿ ਰੱਬ ਭਾਈ ਕਿੱਥੇ ਵੀ ਨਹੀਂ ਹੈ। ਭਾਵ ਕਿ ਆਪਾਂ ਇਹ ਨਹੀਂ ਕਹਿ ਸਕਦੇ ਹਾਂ ਕਿ ਰੱਬ ਇੱਥੇ ਹੈ ਜਾਂ ਰੱਬ ਉੱਥੇ ਹੈ। ਰੱਬ ਕੋਈ ਕਹਿੰਦਾ ਜੀ ਮੰਦਿਰ ਦੇ ਵਿੱਚ ਹੈ, ਕੋਈ ਕਹਿੰਦਾ ਮਸਜਿਦ ਦੇ ਵਿੱਚ ਹੈ, ਕੋਈ ਕਹਿੰਦਾ ਗੁਰਦੁਆਰੇ ਦੇ ਵਿੱਚ ਹੈ। ਉਹਨੇ ਕਿਹਾ ਕਿ ਭਾਈ ਰੱਬ ਕਿੱਥੇ ਵੀ ਨਹੀਂ ਹੈ, ਰੱਬ ਤੁਹਾਡੀ ਸ਼ਰਧਾ ਦੇ ਵਿੱਚ ਹੈ। ਜਦੋਂ ਸ਼ਰਧਾ ਭਾਵਨਾ ਦੇ ਨਾਲ ਜਬ ਸਿਜਦਾ ਕੀਆ ਤਬ ਦੇਖ ਲਿਆ, ਦਿਲ ਕੇ ਆईने में है तस्वीरे यार, जब सिजदा किया तब देख लिया। ਰੱਬ ਕਿੱਥੇ ਵੀ ਨਹੀਂ ਹੈ, ਲੇਕਿਨ ਜਦੋਂ ਸ਼ਰਧਾ ਭਾਵਨਾ ਦੇ ਨਾਲ ਜਿੱਥੇ ਤੁਸੀਂ ਮੱਥਾ ਟੇਕ ਦਿਓਗੇ, ਸਿਰ ਝੁਕਾ ਦਿਓਗੇ, ਉੱਥੇ ਰੱਬ ਪ੍ਰਗਟ ਹੋ ਜਾਂਦਾ ਹੈ। ਇਸ ਤਰ੍ਹਾਂ ਹੀ ਇਹਨਾਂ ਨੇ ਸ਼ਰਧਾ ਭਾਵਨਾ ਦੇ ਨਾਲ ਮੱਥਾ ਟੇਕਣਾ ਕੀਤਾ। ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਗਟ ਹੋ ਗਏ। ਉਚਾਰਨ ਕਰੋ, ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਦੇਖ ਸਿੱਧ ਉਰਗੇ ਬਿਸਮਾਈ। ਦੇਖ ਕਰਕੇ ਸਿੱਧ ਸਾਰੇ ਵਿਸਮਿਤ ਹੋ ਗਏ, ਅਸਚਰਜਤਾ ਦੇ ਵਿੱਚ ਆ ਗਏ। ਚਲੇ ਨਾ ਬਲ ਲੱਜਤ ਭੈ ਰਹੇ। ਹੁਣ ਬਲ ਕੋਈ ਨਹੀਂ ਚੱਲ ਰਿਹਾ ਪਿਆਰਿਓ, ਬਲ ਛੁੱਟ ਗਿਓ, ਬੰਧਨ ਪਰੇ ਕਛੂ ਨਾ ਹੋਤ ਉਪਾਏ। ਇਹ ਇਹਨਾਂ ਦੀ ਅਵਸਥਾ ਬਣ ਗਈ। ਤੂਸ਼ਨ ਭਏ ਨਾ ਕਛ ਬਚ ਕਹੇ। ਦੂਸ਼ਣ ਹੋ ਗਏ, ਚੁੱਪੀ ਨੂੰ ਧਾਰਨਾ ਕੀਤਾ, ਕੋਈ ਬਚਨ ਉਚਾਰਨ ਨਹੀਂ ਕਰਦੇ ਹਨ। ਚਪੇ ਚੂਰ ਜਿਉ ਓਝ ਦਿਖਾਵਨ। ਹੁਣ ਕਵੀ ਰਾਜ ਜੀ ਕਹਿੰਦੇ ਕਿ ਜਿਸ ਤਰ੍ਹਾਂ ਕੇ ਪਿਆਰਿਓ ਗੁੱਸੇ ਵਿੱਚ ਚੜੇ ਹੋਏ ਚੋਰ ਵਾਂਗੂ ਜਿਹੜਾ ਇਹ ਆਪਣਾ ਜ਼ੋਰ ਦਿਖਾਉਣਾ ਚਾਹੁੰਦੇ। ਕਈ ਵਾਰੀ ਆਪਨੇ ਵੇਖਿਆ ਹੋਵੇਗਾ ਇੱਥੇ ਜੋ ਕਵੀ ਰਾਜ ਜੀ ਨੇ ਬਚਨ ਕੀਤਾ ਨਾ ਕਿ ਚੱਪੇ ਚੋਰ ਜਿਉ ਓਝ ਦਿਖਾਵੇ। ਕੋਈ ਚੋਰ ਜਿਹੜਾ ਹੁੰਦਾ ਨਾ ਪਿਆਰਿਓ, ਤੇ ਜਦੋਂ ਚੋਰੀ ਕਰਦਿਆਂ ਹੋਇਆ ਰੰਗੇ ਹੱਥ ਉਹ ਫੜਿਆ ਜਾਂਦਾ, ਫਿਰ ਵੀ ਪਿਆਰਿਓ ਸ਼ਰਮਸ਼ਾਰਤਾ ਉਹ ਹੋ ਜਾਂਦਾ। ਬੇਸ਼ੱਕ ਉਹਦੀ ਇੱਜ਼ਤ ਪੱਤ ਤਾਂ ਲੁੱਟੀ ਜਾਂਦੀ ਹੈ, ਸ਼ਰਮਸ਼ਾਰ ਹੋ ਜਾਂਦਾ,
ਲੇਕਿਨ ਉਹਨੂੰ ਇਹ ਵੀ ਪਤਾ ਹੁੰਦਾ ਕਿ ਜੇ ਮੈਂ ਸਿਲੰਡਰ ਕਰ ਦਿੱਤਾ, ਜੇ ਮੈਂ ਚੁੱਪ ਰਹਿ ਗਿਆ, ਇਹਨਾਂ ਨੇ ਮੈਨੂੰ ਮਾਰ ਦੇਣਾ, ਇਹਨਾਂ ਨੇ ਇਹ ਕਰ ਦੇਣਾ। ਉਹ ਤਾਂ ਸ਼ਰਮਸ਼ਾਰ ਹੋ ਜਾਂਦਾ, ਲੇਕਿਨ ਉਹ ਆਪਣੇ ਬਚਣ ਦੇ ਵਾਸਤੇ ਪੂਰੇ ਯਤਨ ਕਰਦਾ, ਬੜਾ ਖੂੰਖਾਰ ਹੋ ਜਾਂਦਾ ਹੈ। ਇਸ ਕਰਕੇ ਤਾਂ ਸਿਆਣੇ ਕਹਿੰਦੇ ਨਾ, ਜਦੋਂ ਕੋਈ ਚੋਰ ਚੋਰੀ ਕਰਕੇ ਭੱਜਦਾ ਹੋਵੇ, ਡਾਕੂ ਜਿਹੜਾ ਡਕੈਤੀ ਮਾਰ ਕਰਕੇ ਭੱਜਦਾ ਹੋਵੇ, ਉਹਦੇ ਜਦੋਂ ਮਗਰ ਲੱਗਦੇ ਆ, ਉਹਨੂੰ ਫੜਨ ਵਾਸਤੇ ਜਾਂਦੇ ਆ, ਸੁਚੇਤ ਹੋ ਕਰਕੇ ਜਾਣਾ ਚਾਹੀਦਾ, ਕਿਉਂਕਿ ਉਹਨੂੰ ਆਪਣੇ ਜਾਨ ਦੀ ਪਈ ਹੋਈ ਹੁੰਦੀ ਹੈ। ਉਹ ਖੂੰਖਾਰ ਹੋ ਜਾਂਦਾ। ਤੁਸੀਂ ਫੜਨ ਵਾਸਤੇ ਜਾਓ, ਉਹਨੇ ਅੱਗੋਂ ਸ਼ਸਤਰ ਚਲਾ ਦੇਣਾ, ਤੁਹਾਨੂੰ ਮਾਰ ਕਰਕੇ ਵੀ ਨਿਕਲ ਸਕਦਾ ਹੈ। ਇਸ ਤਰ੍ਹਾਂ ਹੁਣ ਚੋਰੀ ਤਾਂ ਇਹਨਾਂ ਦੀ ਫੜੀ ਗਈ, ਲੇਕਿਨ ਆਪਣੇ ਆਪ ਨੂੰ ਬਚਾਉਣ ਵਾਸਤੇ, ਆਪਣੀ ਰਾਖੀ ਕਰਨ ਵਾਸਤੇ ਇਹਨਾਂ ਨੇ ਦੂਜਾ ਪਾਸਾ ਫੇਕਣਾ ਕੀਤਾ। ਕਰਿਓ ਚਹਿਤ ਜਿਨਕੇ ਉਰ ਭਾਵ ਨਾ। ਹੁਣ ਇਹਨਾਂ ਦੇ ਮਨ ਵਿੱਚ ਕੋਈ ਭਾਵ ਭਗਤੀ ਨਹੀਂ ਹੈ, ਫਿਰ ਵੀ ਸਤਿਗੁਰੂ ਮਹਾਰਾਜ ਜੀ ਦੇ ਨਾਲ ਸ਼ਕਤੀ ਲੜਾਉਣਾ ਚਾਹੁੰਦੇ। ਪਦਨਹਿ ਪਰਹੀ ਗਰਭ ਡੁਬਾਏ। ਚਾਹੀਦਾ ਤਾਂ ਸੀ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਲੱਗ ਜਾਂਦੇ, ਕਹਿ ਦਿੰਦੇ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਉਚਾਰਨ ਕਰਨਾ ਕਰੋ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਇਹ ਬੇਨਤੀ ਕਰਨੀ ਚਾਹੀਦੀ ਸੀ, ਲੇਕਿਨ ਬੇਨਤੀ ਨਹੀਂ ਕੀਤੀ ਔਰ ਅਹੰਕਾਰ ਵਿੱਚ ਆ ਗਏ। ਸਮਤਾ ਹਿਤ ਕੋ ਹਿਰਦੇ ਰਿਸਾਏ। ਹੁਣ ਸਮਤਾ ਜਦੋਂ ਹੋ ਗਈ ਹੈ, ਹੇਠੀ ਹੋ ਗਈ, ਇਸ ਕਰਕੇ ਬਹੁਤ ਜ਼ਿਆਦਾ ਗੁੱਸਾ ਚੜ ਗਿਆ। ਭੁਜੰਗ ਪ੍ਰਿਆਤ ਛੰਦ ਸਭੈ ਸਿੱਧ ਜੋ ਈਰਖਾ ਕੋ ਕਰੇ ਹੈ। ਕਵੀ ਰਾਜ ਜੀ ਭੁਜੰਗ ਪ੍ਰਿਆਤ ਛੰਦ ਦੇ ਵਿੱਚ ਦੱਸਦੇ ਹਨ, ਇਹ ਸਾਰੇ ਜੋ ਸਿੱਧ ਈਰਖਾ ਦੀ ਅੱਗ ਦੇ ਵਿੱਚ ਸੜ ਰਹੇ। ਨਹੀਂ ਭਾਵ ਕੈਸੋ ਹਿਰਦੇ ਮੈਂ ਧਰੇ। ਹਿਰਦੇ ਵਿੱਚ ਰੱਤਾ ਮਾਤਰ ਭਾਵ ਭਗਤੀ ਨਹੀਂ ਹੈ, ਹਿਰਦੇ ਵਿੱਚ ਭਾਵ ਨੂੰ ਨਹੀਂ ਧਾਰਨ ਕਰਨਾ ਕੀਤਾ। ਬੁਝੈ ਨਾ ਬੁਝਾਈ ਬਰੀ ਹੈ ਅਪਾਰਾ। ਇਹ ਅੰਗਾਰ ਇਹੋ ਜੀ ਇਹਨਾਂ ਦੀ ਈਰਖਾ ਦੀ ਅੱਗ ਲੱਗ ਗਈ, ਇਹਨੂੰ ਜਿੰਨਾ ਮਰਜੀ ਬੁਝਾਓ, ਈਰਖਾ ਦਾ ਸਾੜਾ ਜਿਹੜਾ ਨਾ ਪਿਆਰਿਓ, ਉਹ ਖਤਮ ਨਹੀਂ ਹੁੰਦਾ। ਈਰਖਾ ਦੀ ਅੱਗ ਜਿਹੜੀ ਹੈ ਉਹ ਵੱਧਦੀ ਜਾਂਦੀ ਹੈ। ਸਭੈ ਰੂਪ ਤਾਰੇ ਅਨੇਕੰ ਪ੍ਰਕਾਰਾ। ਤਾਂ ਉਹਨਾਂ ਨੇ ਫਿਰ ਹੋਈ ਸੀ ਨਾ ਉਹਨਾਂ ਦੇ ਉੱਤੇ ਆਪਣਾ ਪ੍ਰਭਾਵ ਪਾਉਣ ਵਾਸਤੇ। ਇਹਨਾਂ ਨੂੰ ਪਤਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਤਾਂ ਅੱਜ ਆਏ ਹਨ, ਹਰ ਵਾਰੀ ਇਹਨਾਂ ਨੇ ਮੇਲਾ ਖੇਡਣ ਵਾਸਤੇ ਨਹੀਂ ਆਉਣਾ, ਲੇਕਿਨ ਇਹ ਲੋਕ ਜੇ ਸਾਡੇ ਨਾਲ ਟੁੱਟ ਗਏ, ਇਹਨਾਂ ਨੇ ਫਿਰ ਦੁਬਾਰਾ ਸਾਡੇ ਨਾਲ ਨਹੀਂ ਜੁੜਨਾ। ਹੁਣ ਲੋਕਾਂ ਨੂੰ ਭੈਭੀਤ ਕਰਨ ਵਾਸਤੇ, ਕਿਉਂਕਿ ਇਹੀ ਤਾਂ ਪਿਆਰਿਓ ਧਰਮ ਦੇ ਜਗਤ ਦੇ ਵਿੱਚ ਨਾ ਸਭ ਤੋਂ ਵੱਡੀ ਇਹ ਖਾਮੀ ਹੈ ਕਿ ਧਾਰਮਿਕ ਜਿਹੜੇ ਕਈ ਲੋਕ ਜਦੋਂ ਗਲਤ ਕੰਮ ਕਰਦੇ ਨਾ, ਉਹ ਫਿਰ ਲੋਕਾਂ ਦੇ ਮਨ ਵਿੱਚ ਭੈ ਪੈਦਾ ਕਰਦੇ। ਕਈ ਇਸ ਤਰ੍ਹਾਂ ਡਰਾਉਂਦੇ ਕਿ ਲਓ ਤੂੰ ਫਲਾਣੇ ਦੇ ਮੱਥੇ ਲੱਗ ਗਿਆ, ਉਹਨੇ ਤੈਨੂੰ ਇਹ ਕਰ ਦੇਣਾ ਜੀ, ਸ਼ਰਾਪ ਦੇ ਦੇਣਾ, ਉਹਨੇ ਤੈਨੂੰ ਬਦਵਾ, ਤੇਰੇ ਨਾਂ ਤੋਂ ਪਾਠ ਕਰਨਾ, ਅਰਦਾਸ ਕਰਨੀ, ਤੇਰਾ ਬੇੜਾ ਉਹਨੇ ਗਰਕ ਕਰ ਦੇਣਾ। ਹੁਣ ਲੋਕਾਂ ਨੂੰ ਡਰਾਉਣ ਦੇ ਵਾਸਤੇ, ਕਿਉਂਕਿ ਜਦੋਂ ਤੱਕ ਲੋਕੀ ਡਰਦੇ ਰਹਿਣਗੇ, ਤੁਸੀਂ ਵਧੀਆ ਉਹਨਾਂ ਦਾ ਸ਼ੋਸ਼ਣ ਕਰ ਸਕਦੇ ਹੋ। ਜਿਹੜਾ ਬੰਦਾ ਭੈਭੀਤ ਹੋ ਜਾਂਦਾ, ਉਹ ਡਰ ਜਾਂਦਾ। ਡਰਿਆ ਹੋਇਆ ਬੰਦਾ ਫਿਰ ਇਹ ਕਹਿੰਦਾ, ਨਹੀਂ ਜੀ ਮੈਨੂੰ ਕੀ ਲੈਣਾ ਦੇਣਾ, ਤੂੰ ਕੀ ਚਾਹੁੰਦਾ, ਚੱਲ ਪਈ ਦੇ ਦਿਓ ਇਹਨੂੰ, ਮੱਥਾ ਟੇਕਿਓ, ਇਹਨੂੰ ਦਫਾ ਕਰੋ ਕਰਕੇ। ਹਾਂ, ਜਿਨ੍ਹਾਂ ਦੇ ਮਨ ਦੇ ਵਿੱਚ ਡਰ ਨਾ ਹੋਵੇ, ਉਹਨਾਂ ਤੋਂ ਫਿਰ ਇਹਨਾਂ ਦੀ ਦੁਕਾਨਦਾਰੀ ਬੰਦ ਹੋ ਜਾਂਦੀ ਹੈ। ਹੁਣ ਆਪਣੀ ਦੁਕਾਨਦਾਰੀ ਚਲਾਉਣ ਵਾਸਤੇ ਪਤਾ ਤਾਂ ਚੱਲ ਗਿਆ, ਹੁਣ ਇਹਨਾਂ ਨੂੰ ਨਹੀਂ ਡਰਾਵਾਂਗੇ ਤੇ ਇਹਨਾਂ ਨੇ ਸਾਨੂੰ ਨਹੀਂ ਮੰਨਣਾ ਹੈ। ਹੁਣ ਆਮ ਲੋਕਾਂ ਨੂੰ ਡਰਾਉਣ ਦੇ ਵਾਸਤੇ ਤਰ੍ਹਾਂ ਤਰ੍ਹਾਂ ਦੇ ਇਹਨਾਂ ਨੇ ਰੂਪ ਧਾਰਨ ਕਰਨੇ ਕੀਤੇ। ਕੋਈ ਜਿਹੜਾ ਬਾਘ ਬਣ ਗਿਆ ਹੈ, ਭਏ ਸਿੰਘ ਕੋ ਬਘੇਲਾ ਬਨੇ ਹੈ। ਕੋਈ ਸ਼ੇਰ ਬਣ ਗਿਆ ਤੇ ਕੋਈ ਬਘਿਆੜ ਬਣ ਗਿਆ। ਕਿਤੇ ਬੰਨ ਭਖੈ ਕੁਬੈਨਾ ਭਨੇ ਹੈ। ਤੇ ਕਈਆਂ ਨੇ ਪਿਆਰਿਓ ਬੰਨ ਭਖੈ ਕੁਬੈਨਾ ਭਨੈ ਹੈ, ਭਾਵ ਕਿ ਕਈਆਂ ਨੇ ਅਗਨੀ ਨੂੰ ਭਖਸ਼ਣ ਕਰਨਾ ਕੀਤਾ। ਜਿਸ ਤਰ੍ਹਾਂ ਕਈ ਵਾਰੀ ਆਪਾਂ ਵੇਖਦੇ ਹਾਂ, ਕਈ ਲੋਕ ਅੱਗ ਲੈ ਕਰਕੇ ਉਹਨੂੰ ਚੱਟ ਲੈਂਦੇ ਹਨ, ਖਾ ਜਾਂਦੇ ਹਨ। ਕਈਆਂ ਨੇ ਇਸ ਤਰ੍ਹਾਂ ਸਰੂਪ ਧਾਰਨ ਕਰਨਾ ਕੀਤਾ। ਹੁਣ ਜਾਦੂ ਟੂਣੇ ਦੇ ਨਾਲ ਕੋਈ ਆਪਣੇ ਸਰੀਰ ਦਾ, ਇਹ ਪਿਆਰਿਓ ਹੁੰਦਾ ਕੁਛ ਵੀ ਨਹੀਂ ਹੈ, ਲੇਕਿਨ ਬੰਦੇ ਨੂੰ ਇੰਜ ਭਾਸਦਾ ਹੈ। ਇਹ ਜੋ ਜਾਦੂ ਟੋਨਾ ਕਰਨ ਵਾਲੇ, ਇਹ ਸਿੱਧ ਵੀ ਤਾਂ ਉਹੀ ਹਨ, ਉਹਨਾਂ ਦੀ ਜਮਾਤ ਦੇ ਵਿੱਚੋਂ ਹਨ। ਅੱਜ ਵੀ ਪਿਆਰਿਓ ਕਈ ਜਾਦੂ ਟੋਨਾ ਕਰਨ ਵਾਲੇ, ਪਤਾ ਨਹੀਂ ਕਿਸ ਤਰ੍ਹਾਂ ਦੇ ਉਹਨਾਂ ਦੇ ਟਰੀਕ ਹੁੰਦੇ, ਉਹ ਦੱਸਦੇ ਨਹੀਂ ਹਨ ਛੇਤੀ, ਤੇ ਇਸ ਤਰ੍ਹਾਂ ਰੂਪ ਬਣਾ ਲੈਂਦੇ, ਲੋਕਾਂ ਨੂੰ ਭੈਭੀਤ ਕਰ ਦਿੰਦੇ ਹਨ। ਤੇ ਲੋਕਾਂ ਨੂੰ ਭੈਭੀਤ ਕਰ ਦੇਣਾ ਤੇ ਆਮ ਬੰਦਾ ਜਿਹੜਾ ਡਰ ਜਾਂਦਾ। ਸਾਨੂੰ ਪਿਆਰਿਓ ਚੰਗੀ ਤਰ੍ਹਾਂ ਇਹਦੇ ਬਾਬਤ ਪਤਾ ਹੈ ਕਿ ਬਚਪਨ ਦੇ ਵਿੱਚ ਜਦੋਂ ਸਕੂਲ, ਹੁਣ ਤਾਂ ਇਹ ਤਾਂ ਬੰਦ ਹੀ ਹੋ ਗਿਆ,
ਪਹਿਲੇ ਇਸ ਤਰ੍ਹਾਂ ਮਦਾਰੀ ਆਦਿਕ ਇਹਨਾਂ ਦੀਆਂ ਖੇਡਾਂ ਚੱਲਦੀਆਂ ਸਨ। ਕਿਸੇ ਸੜਕ ਦੇ ਕਿਨਾਰੇ ਜਾ ਕਰਕੇ ਇਹਨਾਂ ਨੇ ਆਪਣਾ ਤਮਾਸ਼ਾ ਲਾਉਣਾ ਤੇ ਤਮਾਸ਼ਾ ਲਾ ਕਰਕੇ ਇਹ ਕਹਿ ਦਿੰਦਾ ਇੱਕ ਬੰਦਾ ਕਿ ਭਾਈ ਤੁਹਾਡੇ ਕੋਲ ਜਿੰਨੀ ਮਾਇਆ ਹੈ ਨਾ ਇੱਥੇ ਲਿਆ ਕਰਕੇ ਰੱਖ ਦਿਓ, ਜੇ ਤੁਸੀਂ ਮਾਇਆ ਨਹੀਂ ਰੱਖੋਗੇ ਮੈਂ ਇਹੋ ਜਿਹਾ ਮੰਤਰ ਮਾਰਾਂਗਾ ਬੇਹੋਸ਼ ਹੋ ਕੇ ਗਿਰ ਜਾਓਗੇ, ਜਾਂ ਔਰ ਕਿਸੇ ਤਰੀਕੇ ਦੇ ਨਾਲ ਉਹਨੂੰ ਡਰ ਦੇ ਦਿੰਦੇ। ਫਿਰ ਕੀ ਕਰਦਾ, ਉਹਨਾਂ ਦਾ ਹੀ ਇੱਕ ਬੰਦਾ ਰੱਖਿਆ ਹੋਇਆ ਹੁੰਦਾ, ਛੱਡਿਆ ਹੋਇਆ ਹੁੰਦਾ ਪਬਲਿਕ ਦੇ ਵਿੱਚ, ਤੇ ਜਦੋਂ ਉਹ ਮੰਤਰ ਮੰਨਦਾ ਫੂ ਕਰਦਾ ਤੇ ਉਹ ਬੰਦਾ ਗਿਰ ਜਾਂਦਾ। ਫਿਰ ਕਹਿੰਦਾ ਲੈ ਭਾਈ ਉਹਦੇ ਜੇਬ ਦੇ ਵਿੱਚੋਂ ਕੱਢ। ਉਹ ਫਿਰ ਜਦੋਂ ਮਾਇਆ ਕੱਢ ਲੈਂਦੇ ਦੂਜੇ ਵੀ ਭੈਭੀਤ ਹੋ ਜਾਂਦੇ, ਉਹ ਵੀ ਡਰ ਜਾਂਦੇ। ਉਹਨਾਂ ਨੂੰ ਲੱਗਦਾ ਕਿ ਲਓ ਭਾਈ ਇਹ ਬੰਦਾ ਜਿਹੜਾ ਹੈ ਇਹਨੇ ਮਾਇਆ ਨਹੀਂ ਦਿੱਤੀ, ਇਹ ਬੇਹੋਸ਼ ਹੋ ਗਿਆ, ਚਲੋ ਆਪਣੇ ਕੋਲ ਵੀ ਜਿੰਨੀ ਆ ਮਾਇਆ ਰੱਖ ਦਿਓ ਤੇ ਇੱਥੋਂ ਭੱਜ ਜਾਓ। ਲੋਕੀ ਫਿਰ ਮਾਇਆ ਚੜਾ ਦਿੰਦੇ ਹਨ। ਇਸ ਤਰ੍ਹਾਂ ਲੋਕਾਂ ਨੂੰ ਜੇ ਤੁਸੀਂ ਡਰਾਓ ਭੈਭੀਤ ਕਰੋ, ਕਈ ਲੋਕੀ ਡਰਦੇ ਮਾਰੇ ਪਿਆਰਿਓ ਬੰਦਿਆਂ ਦੀ ਪੂਜਾ ਕਰਦੇ। ਇਸ ਤਰ੍ਹਾਂ ਇਹ ਭੈਭੀਤ ਕਰਨ ਵਾਸਤੇ ਇਹਨਾਂ ਨੂੰ ਤਾਂ ਪਤਾ ਚੱਲ ਗਿਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਅੱਗੇ ਸਾਡੀ ਇੱਕ ਨਹੀਂ ਚਲੇਗੀ। ਹੁਣ ਇਹ ਲੋਕ ਇਹਨਾਂ ਨੂੰ ਡਰ ਦਿਖਾਓ, ਇਹ ਜਦੋਂ ਤੱਕ ਡਰੇ ਰਹਿਣਗੇ ਉਦੋਂ ਤੱਕ ਸਾਡੀ ਵੀ ਦੁਕਾਨਦਾਰੀ ਚਲੇਗੀ। ਇਸ ਤਰ੍ਹਾਂ ਜਾਦੂ ਟੂਣਾ ਕਰਕੇ ਕੋਈ ਸ਼ੇਰ ਬਣ ਗਿਆ, ਕੋਈ ਬਘਿਆੜ ਬਣ ਗਿਆ, ਕੋਈ ਜਿਹੜਾ ਅੱਗ ਦਾ ਭਖਸ਼ਨ ਕਰ ਰਿਹਾ ਹੈ, ਕੋਈ ਬਹੁਤ ਕੁਬੈਨ ਬੋਲ ਰਿਹਾ, ਗਾਲਾਂ ਕੱਢ ਰਿਹਾ ਹੈ। ਕਿਤੇ ਕੰਧ ਆਰੂੜ ਵਹਿ ਕੇ ਭਗਾਵੇ। ਕੋਈ ਜੋਗੀ ਕੀ ਕਰਦਾ, ਡਰਾਉਣ ਵਾਸਤੇ ਆਮ ਲੋਕਾਂ ਨੂੰ ਉਹ ਕੰਧ ਦੇ ਉੱਤੇ ਚੜ ਗਿਆ ਤੇ ਜਿਸ ਤਰ੍ਹਾਂ ਰੇਲ ਗੱਡੀ ਭੱਜਦੀ ਨਾ, ਇਸ ਤਰ੍ਹਾਂ ਉਹਨੇ ਕੰਧ ਨੂੰ ਦੌੜਾਉਣਾ ਕੀਤਾ। ਮ੍ਰਿਗਾਨੀ ਲਈ ਕੋ ਆਕਾਸ਼ ਉਡਾਵੇ। ਕੋਈ ਮ੍ਰਿਗਸ਼ਾਲਾ ਦੇ ਉੱਤੇ ਬੈਠ ਕਰਕੇ ਆਕਾਸ਼ ਦਾ ਭਰਮਣ ਕਰ ਰਿਹਾ ਹੈ। ਪੰਨਗੰ ਵੇਖ ਦੇਖੈ ਭਇਆ ਨਾ। ਕੋਈ ਸ਼ਬਦ ਰੂਕੈ ਫਰੂਕੈ ਕੇਸ਼ੂਕੈ ਮਹਾ। ਇਸ ਤਰ੍ਹਾਂ ਕੋਈ ਧਰਕਦਾ ਹੋਏ, ਕੋਈ ਟੱਪਦਾ ਹੈ ਤੇ ਕਈ ਤਰ੍ਹਾਂ ਦੇ ਨਾਲ ਸਤਿਗੁਰੂ ਮਹਾਰਾਜ ਜੀ ਨੂੰ ਤੇ ਆਮ ਲੋਕਾਂ ਨੂੰ ਇਹ ਭੈ ਦਿਖਾ ਰਹੇ ਹਨ। ਕਿਨੇ ਤੁੰਡ ਦੇਹੀ ਕਰੀ ਹੈ ਵਿਸ਼ਾਲਾ। ਕਈਆਂ ਨੇ ਆਪਣੀ ਦੇਹੀ ਨੂੰ ਬਹੁਤ ਵੱਡਾ ਵਿਸ਼ਾਲ ਕਰਨਾ ਕੀਤਾ, ਦੇਹੀ ਨੂੰ ਬਹੁਤ ਜ਼ਿਆਦਾ ਫੈਲਾ ਲਿਆ। ਉਡੈ ਕੋ ਆਕਾਸ਼ੰ ਲਏ ਹਾਥ ਜਵਾਲਾ। ਆਪਣੇ ਹੱਥ ਦੇ ਵਿੱਚ ਜਵਾਲਾ ਲੈ ਕਰਕੇ, ਅਗਨੀ ਨੂੰ ਲੈ ਕਰਕੇ ਕੋਈ ਆਕਾਸ਼ ਦੇ ਵਿੱਚ ਉੱਡ ਰਿਹਾ ਹੈ। ਇਸ ਤਰ੍ਹਾਂ ਪਿਆਰਿਓ ਤਰ੍ਹਾਂ ਦੀਆਂ ਕਰਾਮਾਤਾਂ ਦਿਖਾ ਕਰਕੇ ਜਦੋਂ ਇਹਨਾਂ ਜੋਗੀਆਂ ਨੇ ਵੇਖਿਆ ਕਿ ਇਹ ਲੋਕ, ਇਹ ਸਾਡੇ ਜਿਹੜੇ ਪੂਜਕ ਲੋਕ ਜੋ ਸਾਡੀ ਪੂਜਾ ਕਰਦੇ, ਇਹਨਾਂ ਦੇ ਉੱਤੇ ਮਹਾਰਾਜ ਜੀ ਦਾ ਜੇ ਪ੍ਰਭਾਵ ਪੈ ਗਿਆ ਤੇ ਸਾਡੀ ਦੁਕਾਨਦਾਰੀ ਬੰਦ ਹੋ ਜਾਵੇਗੀ, ਇਹਨਾਂ ਨੇ ਇੱਕ ਟੱਕਾ ਵੀ ਸਾਨੂੰ ਨਹੀਂ ਚੜਾਉਣਾ ਹੈ। ਇਸ ਕਰਕੇ ਇਹਨਾਂ ਨੂੰ ਡਰ ਦਿਖਾਓ, ਜੇ ਇਹ ਡਰੇ ਰਹਿਣਗੇ ਤਾਂ ਸਾਡੀ ਪੂਜਾ ਚੱਲਦੀ ਰਹੇਗੀ। ਇਸ ਕਰਕੇ ਤਰ੍ਹਾਂ ਦੀਆਂ ਕਰਾਮਾਤਾਂ ਕਰਕੇ ਉਹਨਾਂ ਲੋਕਾਂ ਨੂੰ ਤੇ ਸਤਿਗੁਰੂ ਮਹਾਰਾਜ ਜੀ ਨੂੰ ਤੇ ਸਿੱਖਾਂ ਨੂੰ ਭੈਭੀਤ ਕਰਨ ਵਾਸਤੇ ਇਹ ਦਿਖਾ ਰਹੇ ਹਨ। ਇੱਥੋਂ ਤੱਕ ਹੀ ਪਿਆਰਿਓ ਅੱਜ ਦੇ ਦੀਵਾਨਾਂ ਦੇ ਵਿੱਚ ਆਪਾਂ ਨੇ ਵਿਚਾਰਾਂ ਨੂੰ ਸਰਵਣ ਕਰਨਾ ਹੈ। ਰਹਿੰਦਾ ਜੋ ਪ੍ਰਸੰਗ ਆਉਣ ਵਾਲੇ ਅਗਲੇ ਦੀਵਾਨਾਂ ਦੇ ਵਿੱਚ ਆਪਾਂ ਨੇ ਸਰਵਣ ਕਰਨਾ ਹੈ। ਹੁਣ ਸੰਗਤਾਂ ਦੇ ਵਾਸਤੇ, ਸੰਗਤਾਂ ਦੇ ਪ੍ਰਤੀ ਤਖਤ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਜੋ ਹੈ ਉਹਨਾਂ ਦੇ ਵੱਲੋਂ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਤਖਤ ਸਾਹਿਬ ਵੱਲੋਂ ਬਹੁਤ ਸਾਰੇ ਵਿਕਾਸ ਕਾਰਜਾਂ ਦੀ ਆਰੰਭਤਾ ਹੋ ਚੁੱਕੀ ਹੈ। ਬਹੁਤ ਵੱਡੇ ਪੈਮਾਨਿਆਂ ਦੇ ਉੱਤੇ ਸਰਾਂ ਜੋ ਹੈ ਬਣਾਈ ਜਾਵੇਗੀ। ਬਹੁਤ ਵੱਡਾ ਸਕੂਲ 40 ਕਰੋੜ ਦੀ ਮਾਇਆ ਖਰਚ ਕਰਕੇ ਬਣਾਇਆ ਜਾਵੇਗਾ। ਸੋ ਸੰਗਤਾਂ ਨੂੰ ਬੇਨਤੀ ਹੈ, ਇਸ ਵਿਕਾਸ ਕਾਰਜਾਂ ਦੇ ਵਿੱਚ ਆਪਣੀ ਮਾਇਆ ਗੁਰੂ ਘਰ ਦੇ ਵਿੱਚ ਜਮ੍ਹਾਂ ਕਰਵਾ ਕਰਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ। ਵਿਚਾਰ ਕਰਦੇ ਹਾਂ, ਬੇਅੰਤ ਗਲਤੀਆਂ ਹੋ ਗਈਆਂ ਜੀਓ, ਮਾਫੀ ਬਖਸ਼ਣੀ ਅੱਗੇ ਤੋਂ ਸਮਤ। ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੂਤ ਹੈ ਪਾਰ ਬ੍ਰਹਮ, ਅਬਨਾਸੀ ਅਘਨਾਸ ਹੈ ਪੂਰਨ ਹੈ ਸਰਬ ਮੈਂ। ਦੁਖ ਭਾਂਜਨ ਗੁਣ ਤਾਸ ਹੈ ਸੰਗੀ ਹੈ ਨਿਰੰਕਾਰ। ਹੈ ਨਿਰਗੁਣ ਸਭ ਟੇਕਾ, ਹੈ ਗੋਬਿੰਦ ਹੈ ਗੁਣ ਨਿਧਾਨ। ਜਾਂ ਕੈ ਸਦਾ ਵਿਵੇਕ, ਹੈ ਅਪਰੰਪਰ ਹਰ ਹਰੇ। ਹੈ ਪੀ ਹੋਵਨਹਾਰ, ਹੈ ਸੰਤਾਂ ਕੈ ਸਦਾ ਸੰਗ। ਨਿਧਾਰਾ ਆਧਾਰ, ਹੈ ਠਾਕੁਰ ਹਉ ਦਾਸਰੋ। ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ। ਰਾਖਾਂ ਹੀਐ ਪਰੋਏ,
ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜ੍ਹੈ ਸੋ ਉਤਰੈ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ ਸੁਣਹੁ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਵਾਹੋ ਵਾਹੋ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਕਲਗੀਆਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਬਾਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਫੌਜਾਂ ਵਾਲੇ ਗੋਬਿੰਦ ਸਿੰਘ ਜੀ। ਚੋਜੀ ਪਿਆਰੇ ਗੋਬਿੰਦ ਸਿੰਘ ਜੀ। ਜੀ ਪਿਆਰੇ ਗੋਬਿੰਦ ਸਿੰਘ ਜੀ। ਵਾਹੋ ਵਾਹੋ 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 ਗੋਬਿੰਦ ਸਿੰਘ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀਓ ਮਾਫੀ ਬਖਸ਼ਣੀ। ਅੱਗੇ ਤੋਂ ਸਮਤ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਬੋਲੇ